ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਹਾਂਜੀ ਹਾਂਜੀ 80 ਨੰਬਰ ਕੋਠੀ ਦਾ ਸਰ ਕਿਸੇ ਹੋਰ ਦੀ ਖੰਨਾ ਸਾਹਿਬ ਹੋਣਾ ਕਿੱਥੇ? 60 ਨੰਬਰ ਕਿਹਾ ਸੀ ਮੈਂ, 80 ਨਹੀਂ 60। 60 ਮੈਂ ਅੱਛਾ ਮੈਂ ਇੱਕ ਕਿਸਾਨ ਦੀ ਸਰ 60 ਫੋਨ ਵੀ ਨੰਬਰ ਹੈ ਸਰ ਆਪਣਾ ਲੱਗਿਆ ਓਕੇ। ਤੁਸੀਂ ਕਿੱਥੋਂ ਆਏ ਸੀਗੇ? ਪੰਜਾਬ ਤੋਂ ਫੋਨ ਆਇਆ ਅੱਛਾ ਪ੍ਰੋਜੈਕਟ ਬੋਲ ਰਹੇ ਹੋ? ਹਾਂਜੀ ਹਾਂਜੀ ਓਕੇ ਓਕੇ ਓਕੇ। ਚਲੋ ਫਿਰ ਤੁਸੀਂ ਅੱਜ ਆ ਜਾਓ, ਕੋਰਟ 'ਚ ਆ ਜਾਓ 201 ਨੰਬਰ ਦੇ ਵਿੱਚ। ਕੋਰਟ 'ਚ ਆ ਜਾਓ 201 ਨੰਬਰ ਦੇ ਵਿੱਚ। ਅਸੀਂ ਸਰ ਬਿਲਕੁਲ 4 ਵਜੇ ਵੇਲੇ ਹੁੰਦਾ ਹੈ ਜੀ। ਅੱਛਾ 4 ਵਜੇ ਵਿਹਲੇ ਹੋਣੇ ਹੋ। ਕਲਾਸ ਚੱਲਦੀ ਹੈ ਨਾ ਉਹਦੀ ਪ੍ਰੋਫੈਸਰ ਕੋਰਸ ਦੀ। ਅੱਛਾ ਅੱਛਾ, ਇੱਥੇ ਡੀਐਸਐਮ ਦੇ ਆਫਿਸ 'ਚ? ਹਾਂਜੀ ਹਾਂਜੀ ਅੱਛਾ ਅੱਛਾ ਓਕੇ। ਅੱਜ ਮੈਂ ਵੀ ਆਉਣਾ ਸ਼ਾਇਦ ਉੱਥੇ। ਸਾਡੇ ਦੋਸਤ ਤਹਿਸੀਲਦਾਰ ਸਾਹਿਬ ਜੁਆਇਨ ਕੀਤਾ ਉਹਨਾਂ ਨੇ ਨਾ 2-3 ਦਿਨ ਪਹਿਲਾਂ। ਮੈਂ ਸੈਕਟਰੀ ਦੀ ਗੇੜਾ ਲਗਾਉਣਾ ਅੱਜ। ਹਾਂ ਮਿਲਾਂਗੇ, ਉੱਥੇ ਮਿਲਾਂਗੇ। ਹਾਂ ਡੀਐਸਐਮ ਕੋਲ ਹੀ ਮਿਲਾਂਗੇ, ਡੀਆਰਓ ਸਾਹਿਬ ਕੋਲ ਹੀ ਮਿਲਾਂਗੇ। ਠੀਕ ਹੈ ਠੀਕ ਹੈ ਸਰ ਠੀਕ ਹੈ। ਹਾਂ ਡੀਆਰਓ ਸਾਹਿਬ ਕੋਲ ਮਿਲਾਂਗੇ ਅੱਜ। ਠੀਕ ਹੈ ਸਰ ਹਾਂਜੀ ਹਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ। ਫਿਰ ਦੁਬਾਰਾ ਅਸੀਂ ਡਿਸਕਸ ਕਰ ਰਹੇ ਸੀ ਕੱਲ ਪੰਜਾਬ ਲੈਂਡ ਰੈਵਨਿਊ ਐਕਟ ਚੈਪਟਰ 11। ਕੱਲ ਅਸੀਂ ਚੈਪਟਰ 11 ਪੜ੍ਹਿਆ ਸੀ, ਉਹਦੇ ਲਈ ਥੋੜਾ ਰਿਵੀਜ਼ਨ ਕਰਾਂਗੇ। ਚੈਪਟਰ 11 ਸੀ ਸਪੈਸ਼ਲ ਜੁਰਿਸਡਿਕਸ਼ਨ ਵਿਦ ਰਿਸਪੈਕਟ ਟੂ ਦਾ ਲੈਂਡ। ਰੈਵਨਿਊ ਆਫਿਸਰਸ ਨੂੰ ਲੈਂਡ ਦੇ ਰਿਗਾਰਡਿੰਗ ਕੋਈ ਡਿਸਪਿਊਟ ਹੁੰਦਾ ਹੈ, ਕੋਈ ਝਗੜਾ ਹੁੰਦਾ ਹੈ, ਕੋਈ ਕੇਸ ਹੁੰਦਾ ਹੈ, ਤਾਂ ਉਹਦੇ ਲਈ ਸਪੈਸ਼ਲ ਜੁਰਿਸਡਿਕਸ਼ਨ ਕਿਹੜੀ ਕਿਹੜੀ ਦਿੱਤੀ ਜਾਂਦੀ ਹੈ ਕੋਰਟ ਵੱਲੋਂ, ਗਵਰਨਮੈਂਟ ਵੱਲੋਂ। ਇਹਦੇ 'ਚ ਅਸੀਂ ਪੜ੍ਹਿਆ ਸੀ ਸੈਕਸ਼ਨ 136 ਪਾਵਰ ਟੂ ਇਨਵੈਸਟ ਆਫਿਸਰਸ ਰਿਕਾਰਡ ਆਫ ਰਾਈਟਸ ਔਰ ਜਨਰਲ ਰੀਅਸੈਸਮੈਂਟ ਪਰਪਸ ਆਫ ਦਾ ਸਿਵਲ ਕੋਡ। ਜਦੋਂ ਵੀ ਕਿਸੇ ਇਲਾਕੇ ਦੇ ਵਿੱਚ, ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਪਿੰਡ ਦਾ ਜਿਹੜਾ ਰਿਕਾਰਡ ਆਫ ਰਾਈਟਸ ਹੈ ਜਮ੍ਹਾਂ ਹੁੰਦੀ ਹੈ, ਕਿਸੇ ਕਾਰਨ ਨਵੀਂ ਬਦਨਾਮੀ ਪੈ ਜਾਵੇ ਜਾਂ ਫਿਰ ਉਸ ਪਿੰਡ ਦੀ ਜਾਂ ਉਸ ਇਲਾਕੇ ਦੀ ਕੋਈ ਜਿਹੜੀ ਅਸੈਸਮੈਂਟ ਹੈ ਦੁਬਾਰਾ ਕਰਨੀ ਪੈ ਜਾਵੇ, ਤਾਂ ਉਸ ਕੰਮ ਨੂੰ ਵਧੀਆ ਢੰਗ ਦੇ ਨਾਲ ਜਲਦੀ ਤੋਂ ਜਲਦੀ ਨਿਪਟੇ ਚਾੜਨ ਦੀ ਖਾਤਰ ਸਰਕਾਰ ਵੱਲੋਂ ਇਸ ਸੈਕਸ਼ਨ ਦੇ ਤਹਿਤ ਰੈਵਨਿਊ ਆਫਿਸਰਸ ਨੂੰ ਸਿਵਲ ਕੋਡ ਦੀਆਂ ਪਾਵਰਾਂ ਜਿਹੜੀਆਂ ਅਸਾਈਨ ਕੀਤੀਆਂ ਜਾਂਦੀਆਂ ਨੇ, ਤਾਂ ਕਿ ਜੇ ਕੋਈ ਸਿਵਲ ਨੇਚਰ ਦਾ ਕੇਸ ਹੈਗਾ ਤਾਂ ਸਿਵਲ ਨੇਚਰ ਦੇ ਕੇਸ ਨੂੰ ਵੀ ਰੈਵਨਿਊ ਆਫਿਸਰ ਆਪਣੇ ਪੱਧਰ ਤੇ ਨਿਬੇੜ ਸਕੇ, ਤੇ ਰੈਵਨਿਊ ਦੇ ਕੇਸ ਨੂੰ ਤਾਂ ਰੈਵਨਿਊ ਆਫਿਸਰ ਨੇ ਆਪਣੇ ਪੱਧਰ ਤੇ ਨਿਬੇੜਨਾ ਹੀ ਹੁੰਦਾ ਹੈ। ਪੰਜਾਬ ਕੋਰਟਸ ਐਕਟ 1884 ਇਸ ਐਕਟ ਦੇ ਤਹਿਤ ਸਿਵਲ ਕੋਡ ਨੂੰ ਪਾਵਰਾਂ ਦਿੱਤੀਆਂ ਜਾਂਦੀਆਂ ਨੇ, ਤੇ ਇਸੇ ਐਕਟ ਦੇ ਤਹਿਤ ਜਿਹੜਾ ਰੈਵਨਿਊ ਆਫਿਸਰਸ ਨੂੰ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਸਿਵਲ ਕੋਡ ਦੀਆਂ। ਸਿਵਲ ਕੋਡ ਦੀਆਂ ਪਾਵਰਾਂ ਜਦੋਂ ਰੈਵਨਿਊ ਆਫਿਸਰ ਕੋਲ ਹੁੰਦੀਆਂ ਨੇ ਤਾਂ ਰੈਵਨਿਊ ਆਫਿਸਰ ਵੱਲੋਂ ਜਿਸ ਤੇ ਸਿਵਲ ਕੋਡ ਡਿਗਰੀ ਪਾਸ ਕੀਤੀ ਜਾਂਦੀ ਹੈ, ਜਜਮੈਂਟ ਪਾਸ ਕੀਤੀ ਜਾਂਦੀ ਹੈ, ਉਹੀ ਪ੍ਰੋਸੈਸ ਅਡਾਪਟ ਕੀਤਾ ਜਾਂਦਾ ਜਿਹੜਾ ਕਿ ਸਿਵਲ ਕੋਰਟਾਂ ਵੱਲੋਂ ਅਡਾਪਟ ਕੀਤਾ ਜਾਂਦਾ ਹੈ। ਇਹਦੀ ਜਿਹੜੀ ਸਬ ਕਲੌਜ਼ 2 ਹੈਗੀ ਹੈ, ਉਹ 'ਚ ਕਿਹਾ ਵੀ ਜੇ ਗਵਰਨਮੈਂਟ ਕੋਈ ਆਰਡਰ ਜਾਰੀ ਕਰਦੀ ਹੈ, ਆਰਡਰ ਦਿੰਦੀ ਹੈ ਇੱਦਾਂ ਦਾ ਕਿਸੇ ਰੈਵਨਿਊ ਆਫਿਸਰ ਨੂੰ ਪਾਵਰ ਦਿੱਤੀਆਂ ਜਾਂਦੀਆਂ ਨੇ, ਤਾਂ ਉਹ ਪਾਵਰ ਨੂੰ ਕਿਸੇ ਵੇਲੇ ਵੀ ਵਾਪਸ ਲਿਆ ਜਾ ਸਕਦਾ ਹੈ। ਸਬਸੈਕਸ਼ਨ ਕਲੌਜ਼ 2 ਦੇ ਤਹਿਤ ਜਿਹੜੇ ਆਰਡਰ ਨੇ ਸਰਕਾਰ ਵੱਲੋਂ ਕੈਂਸਲ ਵੀ ਕੀਤੇ ਜਾ ਸਕਦੇ ਨੇ। ਫਿਰ ਇਹਦੀ ਸਬ ਕਲੌਜ਼ 3 ਹੈਗੀ ਹੈ, ਇਹ ਆਰਡਰ ਉਨੀ ਦੇਰ ਤੱਕ ਕੰਟੀਨਿਊ ਰਹਿਣਗੇ ਜਿੰਨੀ ਦੇਰ ਤੱਕ ਸਰਕਾਰ ਨੇ ਉਸ ਆਰਡਰਾਂ ਦੇ ਵਿੱਚ ਲਿਖਿਆ ਹੋਏਗਾ, ਦਰਜ ਕੀਤਾ ਹੋਏਗਾ। ਜਦੋਂ ਵੀ ਉਹ ਟਾਈਮ ਪੀਰੀਅਡ ਪੂਰਾ ਹੋ ਗਿਆ ਤਾਂ ਜਿਹੜੇ ਇਹ ਆਰਡਰ ਨੇ ਡਿਸਕੰਟੀਨਿਊ ਹੋ ਜਾਣਗੇ। ਫਿਰ ਸਿਵਲ ਕੋਡ ਦੀਆਂ ਪਾਵਰ ਜਿਹੜੀਆਂ ਕਿ ਰੈਵਨਿਊ ਆਫਿਸਰ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਨਹੀਂ ਅੱਗੇ ਕੰਟੀਨਿਊ ਹੋਣਗੀਆਂ। ਪਰ ਅੱਗੇ 4 ਕਲੌਜ਼ ਹੈਗੀ ਹੈ, ਪਰ ਜੇਕਰ ਕੋਈ ਕੇਸ ਪੈਂਡਿੰਗ ਚੱਲ ਰਿਹਾ ਹੋਵੇ ਕੋਰਟ ਦੇ ਵਿੱਚ ਤਾਂ ਉਸ ਕੇਸ ਨੂੰ ਜਿਹੜਾ ਰੈਵਨਿਊ ਆਫਿਸਰ ਹੈ ਐਜ ਏ ਸਿਵਲ ਕੋਰਟ ਨਿਪਟਾਰਾ ਕਰੇਗਾ। ਪਰ ਜੇਕਰ ਗਵਰਨਮੈਂਟ ਵੱਲੋਂ ਕਹਿ ਦਿੱਤਾ ਜਾਵੇ ਕਿ ਇਹ ਜਿੰਨੇ ਵੀ ਤੁਹਾਡੇ ਕੋਲ ਪੈਂਡਿੰਗ ਕੇਸਿਸ ਹੈਗੇ ਆ ਇਹ ਫਲਾਨੀ ਕੋਰਟ ਦੇ ਵਿੱਚ ਤੁਸੀਂ ਟ੍ਰਾਂਸਫਰ ਕਰ ਸਕਦੇ ਹੋ ਜਾਂ ਕਰ ਦਿਓ, ਜੇ ਤਾਂ ਇੱਦਾਂ ਦਾ ਕੇਸ ਆਰਡਰ ਦੇ ਵਿੱਚ ਕੋਈ ਦਰਜ ਹੋ ਕੇ ਆਇਆ, ਲਿਖ ਕੇ ਆਇਆ ਵੀ ਕੇਸ ਟ੍ਰਾਂਸਫਰ ਕੀਤੇ ਜਾਣਗੇ, ਤਾਂ ਕੇਸ ਟ੍ਰਾਂਸਫਰ ਕਰ ਦਿੱਤੇ ਜਾਣਗੇ ਰੈਵਨਿਊ ਆਫਿਸਰ ਵੱਲੋਂ। ਨਹੀਂ ਤਾਂ ਫਿਰ ਰੈਵਨਿਊ ਆਫਿਸਰ ਵੱਲੋਂ ਬੀਇੰਗ ਏ ਸਿਵਲ ਕੋਰਟ ਉਹ ਜਿਹੜੇ ਕੇਸ ਉਹਦੀ ਕੋਰਟ ਦੇ ਵਿੱਚ ਉਸ ਵੇਲੇ ਪੈਂਡਿੰਗ ਚੱਲ ਰਹੇ ਨੇ ਉਹਦਾ ਨਿਪਟਾਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਆਪਾਂ ਪੜ੍ਹਿਆ ਸੀ ਸੈਕਸ਼ਨ 137 ਚ ਕੀ ਸੀਗਾ? 137 ਚ ਇਹ ਕਿਹਾ ਸੀ ਵੀ ਜਿਹੜੇ ਆਫਿਸਰ ਦੀ ਅੰਡਰ ਕੰਟਰੋਲ ਰੈਵਨਿਊ ਆਫਿਸਰ ਕੰਮ ਕਰ ਰਿਹਾ ਹੈ, ਮੰਨ ਲਓ ਡੀਸੀ ਦੇ ਕੰਟਰੋਲ 'ਚ ਕੰਮ ਕਰ ਰਿਹਾ ਹੈ,
FCR ਕਮਿਸ਼ਨਰ ਦੇ ਕੰਟਰੋਲ 'ਚ ਰੈਵਨਿਊ ਅਫਸਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਤਾਂ ਜਿਹੜੀਆਂ ਅਪੀਲ ਦੀ ਇਹ ਪਾਵਰਸ ਹੈਗੀਆਂ ਨੇ, ਪਹਿਲਾਂ ਆਪਾਂ ਪੜ੍ਹ ਕੇ ਗਏ ਸੀਗੇ ਵੀ ਜਿਹੜੀ ਅਪੀਲ ਹੈਗੀ ਹੈ ਰੈਵਨਿਊ ਆਫਿਸਰ ਦੀ, ਜਿਹੜੀ ਅਪੀਲ ਹੈ ਉਹ ਸਿਵਲ ਕੋਰਟ ਦੇ ਸੈਸ਼ਨ ਜੱਜ ਕੋਲ ਜਾਏਗੀ ਜਾਂ ਐਡੀਸ਼ਨ ਸੈਸ਼ਨ ਜੱਜ ਕੋਲ ਜਾਏਗੀ। ਪਰ ਇਸ ਕੇਸ ਦੇ ਵਿੱਚ ਜਿੱਥੇ ਪਾਵਰਾਂ ਇਦਾਂ ਦੇ ਕੇਸਾਂ ਦੇ ਵਿੱਚ ਰੈਵਨਿਊ ਕੋਰਟ ਨੂੰ ਦਿੱਤੀਆਂ ਜਾਂਦੀਆਂ ਨੇ, ਤਾਂ ਜਿਹੜੀ ਅਪੀਲੈਂਟ ਅਥਾਰਟੀ ਹੁੰਦੀ ਹੈ ਉਹਨਾਂ ਨੂੰ ਵੀ ਅਪੀਲ ਸੁਣਨ ਦੀਆਂ ਜਿਹੜੀਆਂ ਪਾਵਰਾਂ ਨੇ ਸਿਵਲ ਕੋਰਟ ਦੀਆਂ ਉਹ ਦਿੱਤੀਆਂ ਜਾਂਦੀਆਂ ਗਵਰਨਮੈਂਟ ਵੱਲੋਂ। FCR ਨੂੰ ਛੱਡ ਕੇ ਗੱਲ ਕੀਤੀ ਹੈ। ਨੈਕਸਟ ਆਪਾਂ ਚੈਪਟਰ ਪੜ੍ਹਿਆ ਸੀ 12, ਉਹ 'ਚ ਕੀ ਸੀਗਾ ਜੀ? ਚੈਪਟਰ 12 'ਚ ਸੀਗਾ ਸਪਲੀਮੈਂਟਲ ਪ੍ਰੋਵੀਜ਼ਨਸ ਰੈਵਨਿਊ ਡਿਪੋਜ਼ਿਟ। ਲੈਂਡ ਰੈਵਨਿਊ ਦੇ ਡਿਪੋਜ਼ਿਟ ਬਾਰੇ ਤਾਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਪਰ ਇੱਥੇ ਕੋਈ ਹੋਰ ਡਿਪੋਜ਼ਿਟਸ ਜਿਹੜੇ ਕਿ ਲੈਂਡ ਰੈਵਨਿਊ ਦੀ ਪਰਿਭਾਸ਼ਾ 'ਚ ਨਹੀਂ ਆਉਂਦੇ, ਉਹ ਜੇ ਕੋਈ ਡਿਪੋਜ਼ਿਟ ਇਦਾਂ ਦਾ ਹੈਗਾ ਤਾਂ ਉਹਦੇ ਲਈ ਕੁਝ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਨੇ, ਤਾਂ ਉਹਦੀ ਜਿਹੜੀ ਡਿਪੋਜ਼ਿਟ ਹੈਗਾ ਉਹ ਕਿਵੇਂ ਕੀਤਾ ਜਾਣਾ ਹੈ। ਸੈਕਸ਼ਨ 138 'ਚ ਕਿਹਾ ਸੀ ਪਾਵਰ ਟੂ ਡਿਪੋਜ਼ਿਟ ਸਰਟਨ ਸਮਸ ਨਾਟ ਰੈਂਟ, ਰੈਂਟ ਨੂੰ ਛੱਡ ਕੇ ਜਾਂ ਲੈਂਡ ਰੈਵਨਿਊ ਨੂੰ ਛੱਡ ਕੇ ਬਾਕੀ ਜੇ ਕੋਈ ਹੋਰ ਡਿਪੋਜ਼ਿਟ ਹੈਗਾ, ਮੰਨ ਲਓ ਕਿਸੇ ਟੈਨੈਂਟ ਨੇ ਕੋਈ ਪੇਮੈਂਟ ਅਦਾ ਕਰਨੀ ਹੈ ਮਾਲਕ ਨੂੰ ਜਾਂ ਹੈਡਮੈਨ ਨੂੰ ਕਰਨੀ ਹੈ, ਓਨਲੀ ਰੈਂਟ ਨੂੰ ਛੱਡ ਕੇ, ਓਨਲੀ ਰੈਂਟ ਨੂੰ ਛੱਡ ਕੇ ਹੈਡਮੈਨ ਨੂੰ ਕੋਈ ਪੇਮੈਂਟ ਅਦਾ ਕਰਨੀ ਹੈ ਜਾਂ ਲੈਂਡ ਓਨਰ ਨੂੰ ਪੇਮੈਂਟ ਅਦਾ ਕਰਨੀ ਹੈ ਜਾਂ ਕਿਸੇ ਅਸਾਈਨੀ ਨੂੰ ਪੇਮੈਂਟ ਅਦਾ ਕਰਨੀ ਹੈ, ਉਹ ਲੈਂਡ ਓਨਰ ਜਾਂ ਹੈਡਮੈਨ ਜਾਂ ਅਸਾਈਨੀ ਪੇਮੈਂਟ ਲੈਣ ਤੋਂ ਇਨਕਾਰ ਕਰ ਰਿਹਾ ਹੈ ਵੀ ਮੈਂ ਨਹੀਂ ਪੇਮੈਂਟ ਲੈਂਦਾ ਜਾਂ ਉਹਨੂੰ ਘੱਟ ਦੇ ਰਿਹਾ ਪੇਮੈਂਟ, ਜਾਂ ਫਿਰ ਇਹ ਕਹਿ ਰਿਹਾ ਵੀ ਮੈਂ ਰਸੀਦ ਨਹੀਂ ਦੇਵਾਂਗਾ। ਪੇਮੈਂਟ ਲੈਣ ਦੀ ਗੱਲ ਕਰਦਾ ਹੈ ਪਰ ਰਸੀਦ ਦੇਣ ਦੀ ਗੱਲ ਨਹੀਂ ਕਰਦਾ। ਜਾਂ ਫਿਰ ਜਿਸ ਬੰਦੇ ਨੇ ਪੇਮੈਂਟ ਦੇਣੀ ਹੋਵੇ ਜ਼ਮੀਨ ਦੇ ਬਦਲੇ ਦੇ ਵਿੱਚ ਕੋਈ ਪੇਮੈਂਟ ਦੇਣੀ ਹੋਵੇ ਪਰ ਉਹਨੂੰ ਡਾਊਟ ਹੋ ਜਾਵੇ ਵੀ ਮੈਂ ਪੇਮੈਂਟ ਦੇਣੀ ਕਿਹਨੂੰ ਹੈ, ਸੈਟੀਸਫਾਈ ਨਾ ਹੋ ਸਕੇ, ਡਾਊਟ ਰਹਿ ਜਾਵੇ ਵੀ ਇਹ ਹੈਡਮੈਨ ਹੈ ਜਾਂ ਨਹੀਂ ਹੈਗਾ। ਮੰਨ ਲਓ ਹੈਡਮੈਨ ਦੀ ਝਗੜਾ ਪੈ ਗਿਆ ਆਪਸ ਦੇ ਵਿੱਚ ਜਾਂ ਜੁਆਇੰਟ ਲੈਂਡ ਓਨਰ ਦਾ ਕੋਈ ਡਿਸਪਿਊਟ ਕ੍ਰੀਏਟ ਹੋ ਗਿਆ, ਅਸਲੀ ਜਿਹੜਾ ਲੈਂਡ ਓਨਰ ਸੀ ਉਹਦੀ ਡੈਥ ਹੋ ਗਈ, ਉਹਦੀ ਡੈਥ ਹੋਣ ਤੋਂ ਬਾਅਦ ਸਰ ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ? ਬਾਕੀ ਨੂੰ ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਹਾਂਜੀ, ਆ ਰਹੀ ਹੈ। ਦੇਖੋ ਜੀ, ਹੈ ਚੈੱਕ ਕਰੋ। ਹਾਂ, ਕਿਸੇ ਕਿਰਾਏਦਾਰ ਨੂੰ ਕੋਈ ਡਾਊਟ ਹੋ ਜਾਵੇ, ਕਿਸੇ ਕਿਰਾਏਦਾਰ ਨੂੰ ਕੋਈ ਡਾਊਟ ਹੋ ਜਾਵੇ ਵੀ ਮੈਂ ਪੇਮੈਂਟ ਦੇਣੀ ਕਿਸ ਨੂੰ ਹੈ, ਹੈਡਮੈਨ ਨੂੰ ਦੇਣੀ ਹੈ, ਹੈਡਮੈਨ ਦਾ ਡਿਸਪਿਊਟ ਚੱਲ ਪਿਆ, ਹੋ ਸਕਦਾ ਨੰਬਰਦਾਰ ਦਾ ਆਪਸ ਲੈ ਕੇ ਦੋ ਨੰਬਰਦਾਰ ਦਾ ਝਗੜਾ ਪੈ ਗਿਆ ਹੋਵੇ ਤੇ ਡਿਸਪਿਊਟ ਚੱਲ ਰਿਹਾ ਹੋਵੇ ਕੋਰਟ ਦੇ ਵਿੱਚ, ਰੈਵਨਿਊ ਕੋਰਟ ਦੇ ਵਿੱਚ, ਜਾਂ ਲੈਂਡ ਓਨਰਸ ਨੇ ਜਿਹੜੇ ਲੈਂਡ ਓਨਰਸ ਦਾ ਕੋਈ ਡਿਸਪਿਊਟ ਹੋ ਜਾਏ, ਜੁਆਇੰਟ ਅਸਲੀ ਲੈਂਡ ਓਨਰ ਜਿਹੜਾ ਮਾਲਕ ਸੀ ਖੁਦ ਉਹਦੀ ਡੈਥ ਹੋ ਗਈ ਹੋਵੇ, ਉਸ ਤੋਂ ਡੈਥ ਹੋਣ ਤੋਂ ਬਾਅਦ ਜਿਹੜਾ ਇਨਹੈਰੀਟੈਂਸ ਹੈ ਵਿਰਾਸਤ ਦਾ ਝਗੜਾ ਪੈ ਗਿਆ ਹੋਵੇ, ਹਾਂਜੀ। ਜਾਂ ਫਿਰ ਜਿਹੜਾ ਅਸਾਈਨੀ ਸੀਗਾ ਉਹਨੂੰ ਲੱਗੇ ਇਹ ਵੀ ਗਲਤ ਹੈ, ਅਸਾਈਨੀ ਦੀ ਪ੍ਰਾਪਰਟੀ ਅਟੈਚ ਹੋ ਗਈ, ਹੋਰ ਹੋ ਗਈ, ਇਹ ਉਹ, ਮਤਲਬ ਕਿ ਜਦੋਂ ਵੀ ਕਿਸੇ ਟੈਨੈਂਟ ਨੂੰ ਜਿਹਨੇ ਪੇਮੈਂਟ ਅਦਾ ਕਰਨੀ ਹੈ ਉਹਨੂੰ ਕੋਈ ਡਾਊਟ ਕ੍ਰੀਏਟ ਹੋ ਜਾਵੇ ਮੈਂ ਪੇਮੈਂਟ ਮੇਰੀ ਜਿਹੜੀ ਦਿੱਤੀ ਜਾਣੀ ਉਹ ਅਜਾਇਆ ਨਾ ਚਲੀ ਜਾਵੇ, ਤਾਂ ਕੀ ਹੈ, ਤਾਂ ਇਸ ਸੈਕਸ਼ਨ 138 ਦੇ ਤਹਿਤ ਉਹ ਰੈਵਨਿਊ ਆਫਿਸਰ ਨੂੰ ਅਪਲਾਈ ਕਰੇਗਾ। ਰੈਵਨਿਊ ਆਫਿਸਰ ਨੂੰ ਅਪਲਾਈ ਕਰਦੇ ਹੋਏ ਆਪਣੇ ਫੈਕਟਸ ਦੱਸੇਗਾ ਉਹਦੇ ਵਿੱਚ, ਤਾਂ ਰੈਵਨਿਊ ਆਫਿਸਰ ਉਹ ਐਪਲੀਕੇਸ਼ਨ ਉਹਦੀ ਪੜ੍ਹ ਕੇ ਉਹਦੀ ਕੰਸੀਡਰ ਕਰਦੇ ਹੋਏ ਜਿਹੜੀ ਪੇਮੈਂਟ ਹੈ ਉਹਦੀ ਜਮ੍ਹਾਂ ਕਰਵਾ ਲਏਗਾ ਆਪਣੀ ਤਹਿਸੀਲ ਦੇ ਵਿੱਚ, ਜਾਣੀ ਕਿ ਬਸਾ ਬਾਕੀ ਨਵੀਸ ਕੋਲ ਜਮ੍ਹਾਂ ਕਰਵਾ ਲਏਗਾ, ਤੇ ਜਿਹੜੀ ਉਹਦੀ ਜ਼ਿੰਮੇਵਾਰੀ ਹੈ ਉਸ ਬੰਦੇ ਦੀ ਜਿਸਨੇ ਪੇਮੈਂਟ ਅਦਾ ਕਰਨੀ ਸੀ ਉਹਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਨੈਕਸਟ ਅਸੀਂ ਸੈਕਸ਼ਨ ਪੜ੍ਹਿਆ ਸੀ 139। 139 ਚ ਕੀ ਸੀਗਾ ਜੀ? 139 ਸੀਗਾ ਗਵਰਨਮੈਂਟ ਡਿਊਜ਼। ਇਸੇ ਤਰ੍ਹਾਂ ਹੀ ਜੇ ਕੋਈ ਸਰਕਾਰੀ ਅਦਾਇਗੀ ਹੈਗੀ ਹੈ, ਸਰਕਾਰੀ ਅਦਾਇਗੀ ਜਦੋਂ ਬੰਦੇ ਨੂੰ ਨਾ ਪਤਾ ਚੱਲੇ ਮੈਂ ਜਮ੍ਹਾਂ ਕਿੱਥੇ ਕਰਵਾਉਣੀ ਹੈ, ਕਿਹੜਾ ਹੈਡ ਹੈ ਉਹਦਾ ਕੀ ਨਹੀਂ ਹੈਗਾ, ਤਾਂ ਜੇ ਇਸ ਤਰ੍ਹਾਂ ਦਾ ਕੋਈ ਉਹਨੂੰ ਡਾਊਟ ਹੋਏ ਤਾਂ ਉਹ ਰੈਵਨਿਊ ਆਫਿਸਰ ਕੋਲ ਆ ਕੇ ਜਮ੍ਹਾਂ ਕਰਵਾ ਸਕਦਾ ਹੈ। ਨੈਕਸਟ ਪੜ੍ਹਿਆ ਸੀਗਾ ਸੈਕਸ਼ਨ 140। 140 ਦੇ ਵਿੱਚ ਸੀਗਾ ਪ੍ਰੋਸੀਜਰ ਇਨ ਕੇਸ ਆਫ ਅਦਰ ਡਿਪੋਜ਼ਿਟਸ। ਮੰਨ ਲਓ ਪੇਮੈਂਟ ਜਮ੍ਹਾਂ ਕਰਾਤੀ ਰੈਵਨਿਊ ਆਫਿਸਰ ਕੋਲੇ ਕਿਸੇ ਵਿਅਕਤੀ ਨੇ, ਤਾਂ ਰੈਵਨਿਊ ਆਫਿਸਰ ਨੇ ਫਿਰ ਫਰਦਰ ਪ੍ਰੋਸੀਜਰ ਕੀ ਅਡਾਪਟ ਕਰਨਾ ਹੈ। ਰੈਵਨਿਊ ਆਫਿਸਰ ਵੱਲੋਂ ਕੰਸਰਨ ਪਾਰਟੀਆਂ ਨੂੰ ਜਿਨ੍ਹਾਂ ਦੇ ਨਾਮ ਤੇ ਜਿਸ ਦੀ ਜ਼ਮੀਨ ਦੇ ਇਵਜ਼ ਦੇ ਵਿੱਚ ਉਹ ਪੇਮੈਂਟ ਜਮ੍ਹਾਂ ਕਰਾਈ ਗਈ ਹੈ ਉਹਨਾਂ ਵਿਅਕਤੀਆਂ ਨੂੰ ਨੋਟਿਸ ਭੇਜੇ ਜਾਣਗੇ ਰੈਵਨਿਊ ਆਫਿਸਰ ਵੱਲੋਂ। ਜਦੋਂ ਉਹ ਪਾਰਟੀਆਂ ਕੰਸਰਨ ਪਾਰਟੀਆਂ ਅੱਗੇ ਜਾਂ ਤਾਂ ਲੈ ਜਾਣਗੇ ਪੇਮੈਂਟ ਆਪਣੀ, ਜੇਕਰ ਪੇਮੈਂਟ ਲੈਣ ਦੇ ਸੰਬੰਧ ਵਿੱਚ ਕੋਈ ਡਿਸਪਿਊਟ ਹੈ, ਲੈਂਡ ਨੂੰ ਲੈ ਕੇ ਕੋਈ ਡਿਸਪਿਊਟ ਹੈ, ਕੋਈ ਓਨਰਸ਼ਿਪ ਦਾ ਕੋਈ ਡਿਸਪਿਊਟ ਹੈ, ਜੇ ਕੋਈ ਸਿਵਲ ਕੋਰਟ ਦੇ ਵਿੱਚ ਮੁਕੱਦਮਾ ਚੱਲਦਾ, ਕੋਈ ਪਾਰਟੀ ਅੱਗੇ ਕਹਿੰਦੀ ਹੈ ਵੀ ਸਾਡਾ ਤਾਂ ਮਾਲਕੀ ਨੂੰ ਲੈ ਕੇ ਟਾਈਟਲ ਨੂੰ ਲੈ ਕੇ ਸਾਡਾ ਡਿਸਪਿਊਟ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ, ਤਾਂ ਉਦੋਂ ਉਨੀ ਦੇਰ ਤੱਕ ਜਿਹੜਾ ਰੈਵਨਿਊ ਆਫਿਸਰ ਹੈ ਜੇ ਉਹ ਠੀਕ ਸਮਝੇਗਾ ਤਾਂ ਉਸ ਪੇਮੈਂਟ ਨੂੰ ਹੋਲਡ ਕਰਕੇ ਰੱਖ ਸਕਦਾ ਹੈ, ਹੋਲਡ ਕਰਕੇ ਰੱਖ ਸਕਦਾ ਆਪਦੀ ਕੋਰਟ ਦੇ ਵਿੱਚ। ਅੱਗੇ ਅਸੀਂ ਪੜ੍ਹਿਆ ਸੀ ਐਗਜੀਕਿਊਸ਼ਨ, ਸੈਕਸ਼ਨ 141, ਐਗਜੀਕਿਊਸ਼ਨ ਆਫ ਆਰਡਰਸ ਆਫ ਦਾ ਸਿਵਲ ਕੋਰਟ ਐਂਡ ਦਾ ਕ੍ਰਿਮੀਨਲ ਕੋਰਟਸ। ਕ੍ਰਿਮੀਨਲ ਕੋਰਟਾਂ ਵੱਲੋਂ, ਸਿਵਲ ਕੋਰਟਾਂ ਵੱਲੋਂ ਸਾਡੇ ਕੋਲ ਐਗਜੀਕਿਊਸ਼ਨ ਦੇ ਲਈ ਆਰਡਰ ਆਉਂਦੇ ਨੇ, ਮਤਲਬ ਕਿ ਕੋਈ ਜ਼ਮੀਨ ਦੀ ਅਟੈਚਮੈਂਟ ਕਰਨੀ ਹੈ, ਕੋਈ ਜ਼ਮੀਨ ਦੀ ਬੋਲੀ ਕਰਨੀ ਹੈ, ਕੋਈ ਜ਼ਮੀਨ ਦੀ ਸੇਲ ਕਰਨੀ ਹੈ,
ਇਦਾਂ ਦੇ ਜਿਹੜੇ ਆਰਡਰ ਸਾਡੇ ਕੋਲ ਸਿਵਲ ਕੋਰਟਾਂ ਵੱਲੋਂ ਆਉਂਦੇ ਨੇ, ਉਹਨਾਂ ਨੂੰ ਉਹ ਆਰਡਰ ਕਿਸ ਤਰ੍ਹਾਂ ਆਉਂਦੇ ਨੇ ਇਹ ਦੱਸਿਆ ਗਿਆ ਵੀ ਰੈਵਨਿਊ ਕੋਰਟ, ਸਿਵਲ ਕੋਰਟਾਂ ਵੱਲੋਂ ਜਾਂ ਕ੍ਰਿਮੀਨਲ ਕੋਰਟਾਂ ਵੱਲੋਂ ਉਹ ਜਿਹੜਾ ਆਰਡਰ ਹੈਗਾ ਉਹ ਕਿਹਨੂੰ ਐਡਰੈਸ ਕੀਤਾ ਜਾਵੇਗਾ। ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ, ਕਲੈਕਟਰ ਨੂੰ ਐਡਰੈਸ ਕੀਤਾ ਜਾਵੇਗਾ, ਜਾਂ ਫਿਰ ਕੰਸਰਨਡ ਰੈਵਨਿਊ ਆਫਿਸਰ ਜਿਸ ਅਧਿਕਾਰ ਖੇਤਰ ਦੇ ਵਿੱਚ ਉਹ ਮਾਮਲਾ ਹੋਵੇ ਜਾਂ ਜ਼ਮੀਨ ਹੋਵੇ ਜਿਹੜੀ ਸੇਲ ਕਰਨੀ ਹੋਵੇ ਜਾਂ ਅਟੈਚ ਕੀਤੀ ਜਾਣੀ ਹੋਵੇ, ਉਸ ਰੈਵਨਿਊ ਆਫਿਸਰ ਨੂੰ ਵੀ ਡਾਇਰੈਕਟਲੀ ਤੌਰ ਤੇ ਐਡਰੈਸ ਕਰਕੇ ਜਿਹੜਾ ਹੈਗਾ ਆਰਡਰ ਭੇਜਿਆ ਜਾ ਸਕਦਾ ਹੈ ਆਪਣਾ ਸਿਵਲ ਕੋਰਟਾਂ ਵੱਲੋਂ ਜਾਂ ਕ੍ਰਿਮੀਨਲ ਕੋਰਟਾਂ ਵੱਲੋਂ। ਨੈਕਸਟ ਅਸੀਂ ਪੜ੍ਹਿਆ ਸੀਗਾ 142 ਅਟੈਚਮੈਂਟ ਆਫ ਦਾ ਅਸਾਈਨਡ ਲੈਂਡ ਰੈਵਨਿਊ। ਜੇਕਰ ਕਿਸੇ ਅਸਾਈਨੀ ਦੀ ਜਿਹੜੀ ਪ੍ਰਾਪਰਟੀ ਹੈ, ਜਿਹੜਾ ਲੈਂਡ ਰੈਵਨਿਊ ਹੈ, ਅਸਾਈਨੀ ਜਿਹਨੂੰ ਮਾਮਲਾ 2-3 ਪਿੰਡਾਂ ਦਾ ਇਕੱਠਾ ਕਰਕੇ ਦੇਣਾ ਹੁੰਦਾ ਗਵਰਨਮੈਂਟ ਨੇ, ਜੇਕਰ ਕਿਸੇ ਕਾਰਨ ਉਹ ਜਿਹੜਾ ਲੈਂਡ ਰੈਵਨਿਊ ਹੈ ਉਹੀ ਅਟੈਚ ਕਰ ਲਿਆ ਜਾਵੇ ਕਿਸੇ ਕੋਰਟ ਵੱਲੋਂ, ਤਾਂ ਕੀ ਹੋਏਗਾ, ਜਦੋਂ ਤੱਕ ਅਗਲਾ ਹੁਕਮ ਕੋਰਟ ਦਾ ਨਹੀਂ ਆ ਜਾਂਦਾ ਉਦੋਂ ਤੱਕ ਜਿਹੜਾ ਰੈਵਨਿਊ ਆਫਿਸਰ ਹੈ ਉਹ ਜਿਹੜਾ ਕਲੈਕਟ ਕੀਤਾ ਹੈ ਮਾਮਲਾ ਪਿਆ WVN ਕੋਲੇ ਪਿਆ, ਫਸਲ ਬਾਕੀ ਮੀਸ ਕੋਲੇ ਪਿਆ, ਉੱਥੇ ਹੀ ਹੋਲਡ ਰੱਖਿਆ ਜਾਵੇਗਾ ਜਦੋਂ ਤੱਕ ਸਿਵਲ ਕੋਰਟ ਜਾਂ ਕ੍ਰਿਮੀਨਲ ਕੋਰਟ ਜਿਹਨੇ ਅਟੈਚ ਕੀਤਾ ਹੈ ਜਦੋਂ ਤੱਕ ਉਹ ਅਗਲਾ ਕੋਈ ਆਰਡਰ ਨਹੀਂ ਕਰ ਦਿੰਦੀ। ਠੀਕ ਹੈ ਜੀ। ਨੈਕਸਟ ਪੜ੍ਹਿਆ ਸੀ ਅਸੀਂ 143 ਪ੍ਰਜ਼ਰਵੇਸ਼ਨ ਆਫ ਅਟੈਚਡ ਪ੍ਰੋਡਿਊਸ। ਇਹ 'ਚ ਕੀ ਪੜ੍ਹਿਆ ਸੀ ਅਸੀਂ, ਮੰਨ ਲਓ ਅਟੈਚਡ ਪ੍ਰੋਡਿਊਸ ਹੈ, ਕੋਈ ਜਿਹੜੀ ਫਸਲ ਹੈ ਉਹ ਕਿਸੇ ਕੋਰਟ ਨੇ ਅਟੈਚ ਕਰ ਲਈ, ਪੈਦਾਵਾਰ ਕਣਕ, ਜੀਰੀ, ਛੋਲੇ, ਜੌਂ, ਬਾਜਰਾ, ਜੋ ਵੀ ਹੈਗਾ, ਜੋ ਵੀ ਖੇਤੀ ਬੀਜਿਆ ਹੋਇਆ ਸੀਗਾ, ਦੋ ਪਾਰਟੀਆਂ ਦਾ ਕੋਈ ਡਿਸਪਿਊਟ ਹੋਇਆ, ਉਸ ਦੇ ਵਿੱਚ ਇੱਕ ਪਾਰਟੀ ਨੇ ਜਿਹੜੀ ਪ੍ਰਾਪਰਟੀ ਸੀ ਉਹ ਅਨਕਟ ਫਸਲ ਜਾਂ ਕੱਟੀ ਹੋਈ ਫਸਲ ਅਟੈਚ ਕਰਵਾ ਦਿੱਤੀ, ਤਾਂ ਉਹਦੀ ਪ੍ਰੀਜ਼ਰਵੇਸ਼ਨ ਕਿਵੇਂ ਕੀਤੀ ਜਾਣੀ ਹੈ, ਉਹਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ, ਉਸ ਫਸਲ ਨੂੰ ਅਗਲੇ ਹੁਕਮਾਂ ਤੱਕ ਕਿਵੇਂ ਸੰਭਾਲ ਕੇ ਰੱਖਣਾ ਹੈ ਅਟੈਚ ਕੀਤੀ ਹੋਈ ਫਸਲ ਨੂੰ। ਤਾਂ ਜਿਸ ਵਿਅਕਤੀ ਦੀ ਉਹ ਫਸਲ ਸੀਗੀ ਉਹ ਵਿਅਕਤੀ ਨੂੰ ਪਹਿਲਾ ਮੌਕਾ ਦਿੱਤਾ ਜਾਵੇਗਾ ਵੀ ਤੂੰ ਸਾਰੀ ਫਸਲ ਨੂੰ ਕੱਟ ਕੇ ਵੱਢ ਕੇ ਤੇ ਇਹਨੂੰ ਸਟੋਰ ਕਰ ਲੈ ਕੇ ਪ੍ਰੋਪਰ ਜਗ੍ਹਾ ਤੇ ਇਸ ਨੂੰ ਉਨੀ ਦੇਰ ਤੱਕ ਸਟੋਰ ਕਰਕੇ ਰੱਖੋ ਜਿੰਨੀ ਦੇਰ ਤੱਕ ਉਹ ਪ੍ਰਾਪਰਟੀ ਜਿਹੜੀ ਹੈਗੀ ਹੈ ਅਗਲਾ ਕੋਰਟ ਵੱਲੋਂ ਅਗਲਾ ਸੇਲ ਦਾ ਆਰਡਰ ਨਹੀਂ ਆ ਜਾਂਦਾ। ਤੇ ਉਸ ਵਿਅਕਤੀ ਨੂੰ ਮਤਲਬ ਕਿ ਅਸੀਂ ਰੋਕ ਨਹੀਂ ਸਕਦੇ ਕੱਟ ਵੱਢਣ ਕਰਨ ਤੋਂ, ਰੋਕਣ ਤੋਂ, ਇਸ ਤੋਂ ਸੰਭਾਲ ਕੇ ਰੱਖਣ ਤੋਂ। ਜਾਂ ਫਿਰ ਜੇ ਉਹ ਜਿਹੜਾ ਮਾਲਕ ਹੈਗਾ, ਜ਼ਮੀਨ ਦਾ ਮਾਲਕ ਜਿਹਦੀ ਉਹ ਫਸਲ ਹੈ, ਜੇ ਉਹ ਇਨਕਾਰੀ ਕਰਦਾ ਇਸ ਗੱਲ ਤੋਂ ਵੀ ਮੈਂ ਨਹੀਂ ਕੱਟਣੀ ਵੱਢਣੀ, ਤੁਸੀਂ ਜੋ ਕਰਨਾ ਆਪੇ ਕਰੀਓ, ਮੈਂ ਨਹੀਂ ਕਰਦਾ ਹੈਗਾ, ਤਾਂ ਰੈਵਨਿਊ ਅਥਾਰਟੀ ਜਿਹੜੀ ਹੈਗੀ ਰੈਵਨਿਊ ਆਫਿਸ ਹੈਗਾ ਆਪਣੇ ਅਮਲੇ ਰਾਹੀਂ, ਆਪਣੇ ਆਫਿਸਰਸ ਰਾਹੀਂ, ਆਪਣੇ ਅਧਿਕਾਰੀਆਂ ਰਾਹੀਂ, ਕਾਨੂੰਗੋ ਪਟਵਾਰੀ ਹਲਕਾ ਜਾਂ ਨੰਬਰਦਾਰ ਦੇ ਰਾਹੀਂ ਜਿਹੜੀ ਉਹ ਫਸਲ ਹੈਗੀ ਹੈ ਉਹਨੂੰ ਕਟਵਾ ਕੇ ਉਡਵਾ ਕੇ ਤੇ ਉਸ ਨੂੰ ਪ੍ਰੀਜ਼ਰਵ ਕਰਕੇ ਰੱਖੇਗਾ। ਇਹਦੇ ਵਿੱਚ ਇੱਕ ਸੈਕਸ਼ਨ ਹੋਰ ਹੈਗੀ ਹੈ, ਜਦੋਂ ਉਹ ਪ੍ਰਾਪਰਟੀ ਜਿਹੜੀ ਫਸਲ ਹੈਗੀ ਹੈ ਜਦੋਂ ਸੇਲ ਕੀਤੀ ਜਾਣੀ ਹੈ, ਜੇ ਸੇਲ ਹੋ ਜਾਂਦੀ ਹੈ, ਮੰਨ ਲਓ ਕੋਰਟ ਦੇ ਆਰਡਰ ਦੇ ਰਾਹੀਂ ਅਸੀਂ ਉਹਨੂੰ ਸੇਲ ਕਰ ਦਿੰਦੇ ਹਾਂ, ਤਾਂ ਜਿਹੜਾ ਜਿਸ ਵੀ ਵਿਅਕਤੀ ਨੇ ਉਹ ਜਿਹੜੀ ਫਸਲ ਹੈਗੀ ਹੈ ਪਰਚੇਜ ਕੀਤੀ ਹੈ, ਤਾਂ ਉਸ ਨੂੰ ਉਸ ਖੇਤ ਦੇ ਵਿੱਚ ਜਾਂ ਉਸ ਜਗ੍ਹਾ ਤੇ ਜਿੱਥੇ ਉਹ ਪ੍ਰਾਪਰਟੀ, ਜਿੱਥੇ ਉਹ ਫਸਲ ਰੱਖੀ ਵੀ ਹੈ, ਉਸ ਜਗ੍ਹਾ ਦੇ ਉੱਪਰ ਐਂਟਰ ਕਰਨ ਦਾ ਅਧਿਕਾਰ ਹੈਗਾ ਉਹਨੂੰ ਖੁਦ ਨੂੰ, ਜਾਂ ਉਹ ਆਪਣੇ ਕਿਸੇ ਬੰਦੇ ਨੂੰ ਪਾਵਰ ਦੇ ਕੇ ਭੇਜਦਾ ਵੀ ਮੈਨੂੰ ਇਹ ਜਿਹੜੀ ਫਸਲ ਹੈਗੀ ਉਸ ਨੂੰ ਚੁਕਵਾਈ ਜਾਵੇ, ਤਾਂ ਉਸ ਨੂੰ ਉਸ ਜਗ੍ਹਾ ਦੇ ਵਿੱਚ ਐਂਟਰ ਕਰਨ ਦਾ ਅਧਿਕਾਰ ਹੈਗਾ। ਅੱਗੇ ਅਸੀਂ ਪੜ੍ਹੇ ਸੀ ਸੈਕਸ਼ਨ 144 ਡਿਵੀਜ਼ਨ ਆਫ ਪ੍ਰੋਡਿਊਸ। ਦੇਖੋ ਇਹ ਡਿਵੀਜ਼ਨ ਆਫ ਪ੍ਰੋਡਿਊਸ ਦਾ ਸੈਕਸ਼ਨ ਇੱਥੇ ਕਿਉਂ ਆ ਗਿਆ, ਇਹ ਵੈਸੇ ਤਾਂ ਟੈਨੈਂਸੀ ਐਕਟ ਦੇ ਨਾਲ ਕੰਸਰਨਡ ਹੈਗਾ ਜਿਹੜਾ ਸੈਕਸ਼ਨ ਹੈ, ਪਰ ਇੱਥੇ ਵੀ ਦੇਣ ਦਾ ਕੋਈ ਅਦਰ ਪ੍ਰੋਡਿਊਸ ਦੀ ਗੱਲ ਕੀਤੀ ਹੈ ਕਿਉਂਕਿ ਇਹ ਲੈਂਡ ਰੈਵਨਿਊ ਤੋਂ ਬਾਹਰ ਜਾ ਕੇ ਗੱਲ ਕਰ ਰਹੇ ਹਾਂ, ਅਸੀਂ ਲੈਂਡ ਰੈਵਨਿਊ ਦੀ ਗੱਲ ਨਹੀਂ ਕਰ ਰਹੇ ਤੇ ਨਾ ਹੀ ਰੈਂਟ ਦੀ ਗੱਲ ਕਰ ਰਹੇ ਹਾਂ। ਇੱਥੇ ਹੈ ਡਿਵੀਜ਼ਨ ਆਫ ਪ੍ਰੋਡਿਊਸ, ਜਿੱਥੇ ਕਿਤੇ ਮਾਮਲਾ ਹੈਗਾ ਫਸਲ ਦੋ ਪਾਰਟੀਆਂ ਨੇ ਆਪਸ ਵਿੱਚ ਵੰਡਣੀ ਹੁੰਦੀ ਹੈ, ਅਨਾਜ ਨੂੰ ਵੰਡਣਾ ਹੁੰਦਾ ਪਾਰਟੀ ਨੇ, ਉਹਨਾਂ ਦਾ ਕੋਈ ਡਿਸਪਿਊਟ ਪੈ ਜਾਂਦਾ ਕਿਸੇ ਗੱਲ ਨੂੰ ਲੈ ਕੇ, ਮੰਨ ਲਓ 4 ਕਿੱਲਿਆਂ ਦੀ ਫਸਲ ਹੈ ਤੇ 2 ਕਿੱਲਿਆਂ ਦੀ ਜਿਹੜੀ ਫਸਲ ਹੈਗੀ ਆ ਉਹਨੂੰ ਇੱਧਰ ਉੱਧਰ ਹੋ ਗਿਆ, ਜਿਹਨੇ ਮਤਲਬ ਫਸਲ ਬੀਜੀ ਸੀ ਕਿਰਾਏਦਾਰ ਨੇ ਜਾਂ ਹੋਰ ਨੇ, ਤਾਂ ਮਾਲਕ ਦਾ ਤੇ ਕਿਰਾਏਦਾਰ ਦਾ ਆਪਸੀ ਡਿਸਪਿਊਟ ਕ੍ਰੀਏਟ ਹੋ ਗਿਆ ਫਸਲ ਨੂੰ ਲੈ ਕੇ ਵੀ ਫਸਲ ਥੋੜੀ ਜਾਂ ਜ਼ਿਆਦਾ ਹੈ, ਵੱਧ ਹੋਣੀ ਚਾਹੀਦੀ, ਘੱਟ ਹੋਣੀ ਚਾਹੀਦੀ ਸੀ, ਉਹ ਤਾਂ ਕਹਿੰਦਾ ਪੂਰੀ ਹੈ ਤੇ ਉਹ ਮਾਲਕ ਕਹਿੰਦਾ ਘੱਟ ਹੈ। ਤਾਂ ਇੱਥੇ ਇਸ ਸੈਕਸ਼ਨ 'ਚ ਪ੍ਰੋਵੀਜ਼ਨ ਦਿੱਤੀ ਗਈ ਹੈ ਕੰਸਰਨ ਪਾਰਟੀ ਜਿਹੜੀ ਵੀ ਚਾਹੁੰਦੀ ਹੈ ਜਿਸ ਨੂੰ ਪ੍ਰੋਬਲਮ ਹੈ ਉਹ ਰੈਵਨਿਊ ਕੋਰਟ ਦੇ ਵਿੱਚ, ਰੈਵਨਿਊ ਤਹਿਸੀਲਦਾਰ ਦੇ ਜਾ ਕੇ ਆਪਣੀ ਐਪਲੀਕੇਸ਼ਨ ਦੇ ਸਕਦਾ ਹੈ, ਇਹ ਦੱਸਦੇ ਹੋਏ, ਆਪਦੇ ਫੈਕਟਸ ਦੱਸਦੇ ਹੋਏ ਵੀ ਜਿਹੜੀ ਇਹ ਸਾਡੀ ਪ੍ਰਾਪਰਟੀ ਹੈ, ਜਿਹੜੀ ਸਾਡੀ ਫਸਲ ਹੈ, ਇਹਨੂੰ ਪ੍ਰੋਪਰ ਤਰੀਕੇ ਨਾਲ ਵੰਡਣ ਦੀ ਖਾਤਰ ਤੁਸੀਂ ਕਿਸੇ ਬੰਦੇ ਨੂੰ ਨਿਯੁਕਤ ਕਰੋ, ਤੁਸੀਂ ਆਪਦੇ ਪੱਧਰ ਤੇ ਦਖਲਅੰਦਾਜ਼ੀ ਕਰੋ। ਰੈਵਨਿਊ ਆਫਿਸਰ ਵੱਲੋਂ ਜਿਹੜਾ ਹੈਗਾ ਡਿਊਟੀ ਲਗਾਈ ਜਾਂਦੀ ਹੈ ਨੰਬਰਦਾਰ ਦੀ ਜਾਂ ਪਟਵਾਰੀ ਜਾਂ ਕਾਨੂੰਗੋ ਹਲਕਾ ਦੀ, ਉਹ ਅਸੀਂ ਟੈਨੈਂਸੀ ਐਕਟ ਦੇ ਵਿੱਚ ਡਿਟੇਲ 'ਚ ਪੜਾਂਗੇ ਤੇ ਰੈਵਨਿਊ ਆਫਿਸਰ ਵੱਲੋਂ ਉਹਦੀ ਮਤਲਬ ਕਿ ਦਖਲਅੰਦਾਜ਼ੀ ਕਰਕੇ ਜਿਹੜੀ ਉਹਦੀ ਫਸਲ ਹੈਗੀ ਹੈ ਉਹ ਵੰਡਵਾ ਦਿੱਤੀ ਜਾਂਦੀ ਹੈ ਆਪਸ ਦੇ ਵਿੱਚ ਪਾਰਟੀਆਂ ਦੇ ਵਿਚਕਾਰ। ਨੈਕਸਟ ਅਸੀਂ ਪੜ੍ਹਿਆ ਸੀਗਾ 145
ਵਿਲੇਜ ਸੈਸਸ ਕੀ ਹੁੰਦੀਆਂ ਨੇ? ਵਿਲੇਜ ਸੈਸਸ ਕਦੋਂ ਲਗਾਈ ਜਾਂਦੀ ਹੈ? ਜਦੋਂ ਮੰਨ ਲਓ ਕਿਸੇ ਪਿੰਡ ਦੀ ਜਿਹੜੀ ਜਮ੍ਹਾਂਬੰਦੀ ਹੈ ਉਹਦੀ ਜਾਂ ਤਾਂ ਨਵੀਂ ਬਣਾਉਣੀ ਪੈ ਜਾਵੇ ਕਿਸੇ ਕਾਰਨ, ਜਾਂ ਫਿਰ ਉਹਦੀ ਰਿਵੀਜ਼ਨ ਕਰਨੀ ਪੈ ਜਾਵੇ ਕਿਸੇ ਕਾਰਨ, ਜਾਂ ਉਸ ਕਿਸੇ ਪਿੰਡ ਦੀ ਕੋਈ ਅਸੈਸਮੈਂਟ ਕਰਨੀ ਪੈ ਜਾਏ, ਜਨਰਲ ਅਸੈਸਮੈਂਟ ਕਰਨੀ ਪੈ ਜਾਏ, ਤਾਂ ਉਹ ਜਿਹੜੇ ਖਰਚੇ ਦੀ ਪੂਰਤੀ ਦੇ ਲਈ ਰੈਵਨਿਊ ਆਫੀਸਰ ਵੱਲੋਂ ਆਪਣੇ ਫੀਲਡ ਸਟਾਫ ਦੇ ਰਾਹੀਂ ਇੱਕ ਲਿਸਟ ਬਣਾਈ ਜਾਂਦੀ ਹੈ ਮਾਲਕਾਂ ਦੀ, ਵੀ ਕਿਹੜੇ ਵਿਅਕਤੀ ਤੋਂ ਕਿੰਨਾ ਮਾਲਕੀ ਉਹਦੀ, ਕਿੰਨਾ ਉਸ ਤੋਂ ਜਿਹੜਾ ਹੈਗਾ ਇਹ ਇਸ ਦੇ ਵਿੱਚ ਜਿਹੜਾ ਪੇਮੈਂਟ ਲਿੱਤੀ ਜਾਣੀ ਬਣਦੀ ਹੈ। ਇਹਨੂੰ ਅਸੀਂ ਵਿਲੇਜ ਸੈਸ ਕਹਿ ਦਿੰਦੇ ਹਾਂ। ਗਵਰਨਮੈਂਟ ਦੀ ਇਹ ਮਰਜ਼ੀ ਹੁੰਦੀ ਹੈ, ਗਵਰਨਮੈਂਟ ਤੋਂ ਇਹਦੀ ਪਰਮਿਸ਼ਨ ਲੈਣੀ ਪੈਂਦੀ ਹੈ, ਤੇ ਇਹ ਜਿਹੜਾ ਆਰਡਰ ਹੁੰਦਾ ਹੈ ਜਦੋਂ ਇਹ ਬਣਾਈ ਜਾਂਦੀ ਹੈ ਲਿਸਟ, ਤਾਂ ਸਰਕਾਰ ਤੋਂ ਸੈਂਕਸ਼ਨ ਆਉਂਦੀ ਹੈ। ਇਹ ਕਨਕਲੂਸਿਵ ਆਰਡਰ ਹੁੰਦਾ ਹੈ ਗਵਰਨਮੈਂਟ ਦਾ। ਫਿਰ ਹੈਗਾ ਸੈਕਸ਼ਨ 146 ਪੜਿਆ ਸੀ, ਸੁਪੀਰੀਅਰ ਲੈਂਡ ਓਨਰਸ ਡਿਊਜ਼। ਮੰਨ ਲਓ ਕਿਸੇ ਲੈਂਡ ਓਨਰ ਸੁਪੀਰੀਅਰ ਤੇ ਇਨਫੀਰੀਅਰ ਦਾ ਆਪਸੀ ਕੋਈ ਹੈਗਾ ਵੀ ਫਸਲ ਤੇ ਜਿੰਨੀ ਫਸਲ ਪੈਦਾ ਹੋਏਗੀ ਉਹਦੇ ਅਕੋਰਡਿੰਗ ਅਸੀਂ ਜਿਹੜਾ ਮਾਮਲਾ ਅਦਾ ਕਰਾਂਗੇ, ਤਾਂ ਜੇ ਇਹ ਮਾਮਲਾ ਹਰ ਵਾਰੀ ਉਹਨਾਂ ਦਾ ਡਿਸਪਿਊਟ ਕ੍ਰੀਏਟ ਹੁੰਦਾ, ਇਹਦੇ ਨਾਲ ਕਦੀ ਫਸਲ ਘੱਟ ਗਈ ਕਦੀ ਫਸਲ ਵੱਧ ਗਈ, ਤੇ ਇਸ ਗੱਲ ਨੂੰ ਲੈ ਕੇ ਦੋ ਪਾਰਟੀਆਂ 'ਚ ਆਪਸੀ ਡਿਸਪਿਊਟ ਕ੍ਰੀਏਟ ਹੁੰਦਾ, ਤਾਂ ਕੋਈ ਵੀ ਪਾਰਟੀ ਰੈਵਨਿਊ ਆਫੀਸਰ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਦੇ ਸਕਦੀ ਹੈ। ਤੇ ਰੈਵਨਿਊ ਆਫੀਸਰ ਇਹ ਜਿਹੜਾ ਹੈਗਾ ਇਹਦੀ ਪਰਸੈਂਟੇਜ ਵੀ ਜਿਹੜਾ ਇਨਫੀਰੀਅਰ ਲੈਂਡ ਓਨਰ ਹੈਗਾ ਉਹਦੇ ਲਈ ਇੱਕ ਪਰਸੈਂਟੇਜ ਫਿਕਸ ਕਰ ਸਕਦੀ ਹੈ ਲੈਂਡ ਰੈਵਨਿਊ ਦੀ, ਵੀ ਤੁਸੀਂ ਇੰਨੇ % ਅਦਾ ਕਰਨਾ ਹੈ, 30% ਜਾਂ 25%, ਜਾਂ ਜਿਹੜਾ ਅੱਗੇ ਪਹਿਲਾਂ ਡਿਪੈਂਡ ਕਰਦਾ ਸੀ ਪ੍ਰੋਡਿਊਸ ਦੇ ਉੱਪਰ, ਉਸ ਗੱਲ ਨੂੰ ਛੱਡਦੇ ਹੋਏ ਹੁਣ ਤੁਸੀਂ ਇੰਨੇ % ਅਦਾ ਕਰਨਾ ਹੈਗਾ ਇਨ ਫਿਊਚਰ। ਜਿਹੜਾ ਮਾਮਲਾ ਹੈ ਲੈਂਡ ਰੈਵਨਿਊ ਹੈਗਾ, ਬਾਕੀ ਜਿਹੜਾ ਹੈਗਾ ਜਿਹੜਾ ਸੁਪੀਰੀਅਰ ਲੈਂਡ ਓਨਰ ਅਦਾ ਕਰੇਗਾ। ਨੈਕਸਟ ਅਸੀਂ ਪੜ੍ਹਿਆ ਸੀ ਸੈਕਸ਼ਨ 147 ਦੇ ਵਿੱਚ ਕੀ ਸੀਗਾ ਜੀ? 147 ਦੇ ਸਰਵਿਸ ਫਾਰ ਦਾ ਲੈਂਡ ਰੈਵਨਿਊ। ਜਦੋਂ ਵੀ ਕਿਸੇ ਵਿਅਕਤੀ ਨੇ ਕੋਈ ਲੈਂਡ ਰੈਵਨਿਊ ਅਦਾ ਕਰਨਾ, ਮੰਨ ਲਓ ਉਹ ਲੈਂਡ ਰੈਵਨਿਊ ਅਦਾ ਨਹੀਂ ਕਰ ਪਾਉਂਦਾ, ਤਾਂ ਉਹ ਗਵਰਨਮੈਂਟ ਦੇ ਨਾਲ ਥਰੂ ਰੈਵਨਿਊ ਆਫੀਸਰਸ ਇੱਕ ਐਗਰੀਮੈਂਟ ਕਰ ਸਕਦਾ ਹੈ, ਜੇ ਗਵਰਨਮੈਂਟ ਚਾਹੇ ਤਾਂ, ਵੀ ਮੈਂ ਇਹ ਬੰਦਾ ਲੈਂਡ ਰੈਵਨਿਊ ਅਦਾ ਨਹੀਂ ਕਰ ਸਕਦਾ, ਪਰ ਅਸੀਂ ਇਹਦੇ ਤੋਂ ਇਹ ਸਰਵਿਸ ਲੈ ਸਕਦੇ ਹਾਂ। ਐਗਰੀਮੈਂਟ ਹੋ ਜਾਂਦਾ ਹੈ, ਉਹ ਸਰਵਿਸ ਫਿਰ ਉਹ ਉਸ ਲੈਂਡ ਰੈਵਨਿਊ ਦੀ ਮਾਫੀ ਹੋ ਜਾਂਦੀ ਹੈ ਉਸਨੂੰ, ਤੇ ਉਹ ਸਰਵਿਸ ਸਰਕਾਰ ਨੂੰ ਅਦਾ ਕਰਦਾ ਹੈਗਾ। ਪਰ ਜੇ ਸਰਕਾਰ ਚਾਹੇ ਤਾਂ ਵੀ ਇਹ ਸਰਵਿਸ ਪੂਰੀਆਂ ਸਹੀ ਤਰੀਕੇ ਨਾਲ ਅਦਾ ਨਹੀਂ ਕਰ ਰਿਹਾ, ਤਾਂ ਸਰਕਾਰ ਕਿਸੇ ਵੇਲੇ ਵੀ ਜਿਹੜਾ ਇਹ ਆਰਡਰ ਹੈਗਾ ਉਸਨੂੰ ਰੱਦ ਕਰ ਸਕਦੀ ਹੈ। ਨੈਕਸਟ ਅਸੀਂ ਪੜ੍ਹਿਆ ਸੀ 148 ਰਿਕਵਰੀ ਆਫ ਦਾ ਕਾਸਟ ਆਫ ਦਾ ਅਸਾਈਨਡ ਲੈਂਡ ਰੈਵਨਿਊ। ਹਾਂਜੀ, ਜਦੋਂ ਵੀ ਕਿਤੇ ਜਿਹੜੀ ਲੈਂਡ ਹੈਗੀ ਹੈ ਉਹਦਾ ਜਿਹੜਾ ਲੈਂਡ ਰੈਵਨਿਊ ਹੈਗਾ ਅਸਾਈਨ ਕੀਤਾ ਜਾਂਦਾ ਕਿਸੇ ਵਿਅਕਤੀ ਨੂੰ, ਤੇ ਉਸ ਲੈਂਡ ਨੂੰ ਅਸੀਂ ਰੀਅਸੈਸ ਕਰਦੇ ਹਾਂ, ਅਸੈਸਮੈਂਟ ਦੁਆਰਾ ਹੁੰਦੀ ਆ। ਅਸੈਸਮੈਂਟ ਤੇ ਜਿੰਨਾ ਵੀ ਖਰਚਾ ਹੁੰਦਾ ਹੈਗਾ, ਜੋ ਵੀ ਖਰਚਾ ਅਸੈਸਮੈਂਟ ਕਰਨ ਤੇ ਆਇਆ, ਉਹ ਅਸੈਸਮੈਂਟ ਦੇ ਜਿਹੜੀ ਕਾਸਟ ਹੈ ਉਹ ਖਰਚੇ ਉਹ ਤੋਂ ਕੱਢ ਕੇ ਬਾਕੀ ਦੀ ਜਿਹੜੀ ਲੈਂਡ ਰੈਵਨਿਊ ਹੈ ਉਸਨੂੰ ਅਸਾਈਨੀ ਨੂੰ ਅਦਾ ਕੀਤੀ ਜਾਂਦੀ ਹੈ। ਮਤਲਬ ਕਹਿਣ ਦਾ ਭਾਵ ਹੈ ਜਿਹੜੀ ਖਰਚੇ ਸਰਕਾਰ ਵੱਲੋਂ ਹੋਏ ਨੇ, ਸਰਕਾਰ ਉਸ ਖਰਚੇ ਉਸ ਦੀ ਜਿਹੜੀ ਲੈਂਡ ਸੀਗੀ ਉਹਨਾਂ ਪਿੰਡਾਂ ਦੇ ਵਿੱਚ ਅਸੈਸਮੈਂਟ ਕਰਨ ਦੇ ਜਿਹੜਾ ਖਰਚਾ ਆਇਆ ਸੀਗਾ ਉਹਦੀ ਡਿਡਕਸ਼ਨ ਕਰਕੇ ਬਾਕੀ ਲੈਂਡ ਰੈਵਨਿਊ ਜਿਹੜਾ ਹੈਗਾ ਉਸ ਅਸਾਈਨੀ ਨੂੰ ਅਦਾ ਕਰੇਗੀ। ਨੈਕਸਟ ਅਸੀਂ ਪੜ੍ਹੇ ਸੀ ਪੈਨਲਟੀ, ਸੈਕਸ਼ਨ 149। ਪੈਨਲਟੀ 'ਚ ਕੀ ਸੀਗਾ ਜੀ? ਪੈਨਲਟੀ 'ਚ ਹੈਗਾ ਵੀ ਜਦੋਂ ਵੀ ਕੋਈ ਰੈਵਨਿਊ ਆਫੀਸਰ ਵੱਲੋਂ ਕੋਈ ਸੰਮਨ ਭੇਜਿਆ ਜਾਂਦਾ ਕਿਸੇ ਵਿਅਕਤੀ ਨੂੰ, ਨੋਟਿਸ ਭੇਜਿਆ ਜਾਂਦਾ ਕਿਸੇ ਵਿਅਕਤੀ ਨੂੰ, ਉਹਦੀ ਆਪਦੀ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਸੇ ਸਮੇਂ ਤੇ ਕਿਸੇ ਸਥਾਨ ਤੇ ਕਿੰਨੀ ਤਰੀਕ ਨੂੰ, ਪਰ ਉਹ ਵਿਅਕਤੀ ਸਮੇਂ ਸਿਰ ਕੋਰਟ ਦੇ ਵਿੱਚ ਰੈਵਨਿਊ ਕੋਰਟ ਦੇ ਵਿੱਚ ਨਹੀਂ ਜਾਂਦਾ, ਤਾਂ ਰੈਵਨਿਊ ਅਥਾਰਟੀ ਕੋਲ ਜਿਹੜੀ ਪਾਵਰ ਹੈਗੀ ਹੈ ਵੀ ਉਸ ਨੂੰ ਫਾਈਨ ਵੀ ਕੀਤਾ ਜਾ ਸਕਦਾ 50 ਰੁਪਏ ਤੱਕ ਦਾ। ਠੀਕ ਹੈ ਜੀ, ਇੱਥੇ ਤੱਕ ਅਸੀਂ ਕੱਲ ਪੜ੍ਹਿਆ ਸੀਗਾ। ਤੇ ਹੁਣ ਨੈਕਸਟ ਅਸੀਂ ਫਰਦਰ ਅੱਗੇ ਮੂਵ ਕਰਦੇ ਹਾਂ ਸੈਕਸ਼ਨ 150 ਪ੍ਰੀਵੈਂਸ਼ਨ ਆਫ ਇਨਕਰੋਚਮੈਂਟ ਔਨ ਦਾ ਕਾਮਨ ਲੈਂਡਸ। ਸੈਕਸ਼ਨ 150 'ਚ ਕੀ ਹੈ ਜੀ? ਜਦੋਂ ਕੋਈ ਜੁਆਇੰਟ ਲੈਂਡ ਓਨਰ ਹੈਗੇ ਨੇ, ਕੋਈ ਸਾਂਝੀ ਖੇਵਟ ਹੈਗੀ ਹੈ, ਸਾਂਝੀ ਖੇਵਟ ਦੇ ਵਿੱਚ ਕੋਈ ਰਕਬਾ ਪਾਰਟੀਆਂ ਵੱਲੋਂ ਸਾਂਝੀ ਤੌਰ ਤੇ ਛੱਡਿਆ ਗਿਆ, ਕਾਮਨ ਲੈਂਡ ਛੱਡੀ ਗਈ, ਵੀ ਉਹਨੂੰ ਸਾਰੀਆਂ ਪਾਰਟੀਆਂ ਨੇ ਸਾਂਝੀ ਤੌਰ ਤੇ ਵਰਤੋਂ ਕਰਨੀ ਹੈ, ਪਰ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ, ਇੱਕ ਸ਼ੇਅਰ ਹੋਲਡਰ ਉਸ ਪ੍ਰਾਪਰਟੀ ਦੇ ਉੱਪਰ ਕਬਜ਼ਾ ਕਰ ਲੈਂਦਾ ਹੈ, ਤਾਂ ਦੂਜਾ ਜਿਹੜਾ ਸ਼ੇਅਰ ਹੋਲਡਰ ਹੈਗਾ ਉਹ ਰੈਵਨਿਊ ਕੋਰਟ ਦੇ ਵਿੱਚ ਜਾ ਕੇ ਐਪਲੀਕੇਸ਼ਨ ਦੇ ਸਕਦਾ ਹੈ, ਤੇ ਰੈਵਨਿਊ ਆਫੀਸਰ ਨੂੰ ਐਜੈਕਟ ਵੀ ਕੀਤਾ ਜਾ ਸਕਦਾ ਹੈ ਰੈਵਨਿਊ ਆਫੀਸਰ ਵੱਲੋਂ। ਪਰ ਜਿਹੜਾ ਇਹ ਐਜੈਕਟਮੈਂਟ ਕੀਤੀ ਹੈਗੀ ਰੈਵਨਿਊ ਆਫੀਸਰ ਵੱਲੋਂ, ਉਹ ਜਿਹੜਾ ਐਜੈਕਟਮੈਂਟ ਦਾ ਆਰਡਰ ਹੋਏਗਾ ਦੈਟ ਵਿਲ ਬੀ ਸਬਜੈਕਟ ਟੂ ਦਾ ਡਿਸੀਜਨ ਆਫ ਦਾ ਸਿਵਲ ਕੋਰਟ। ਜੇ ਸਿਵਲ ਕੋਰਟ ਦਾ ਕੋਈ ਫੈਸਲਾ ਹੋ ਜਾਂਦਾ ਹੈ ਤਾਂ ਉਹ ਮੰਨਿਆ ਜਾਏਗਾ। ਨੈਕਸਟ ਹੈ ਜੀ ਸੈਕਸ਼ਨ 151
papers kept by the village officers to be deemed public documents। ਜਿਹੜੇ ਵੀ ਸਾਡੇ ਰੈਵਨਿਊ ਸਟਾਫ ਦੇ ਕੋਲ ਕੋਈ ਪੇਪਰਸ ਹੁੰਦੇ ਆ, ਜਮ੍ਹਾਂਬੰਦੀ ਹੁੰਦੀ ਹੈ, ਗਿਰਦਾਵਰੀ ਹੁੰਦੀ ਹੈ, ਜਾਂ ਰੈਵਨਿਊ ਦੇ ਡਿਪਾਰਟਮੈਂਟ ਦੇ ਕੰਸਰਨ ਕੋਈ ਹੋਰ ਡਾਕੂਮੈਂਟਸ ਹੁੰਦੇ ਆ, that is called the public document। ਉਹਨਾਂ ਨੂੰ ਪਬਲਿਕ ਡਾਕੂਮੈਂਟ ਕਿਹਾ ਗਿਆ ਹੈ। ਤੇ ਇਸੇ ਤਰ੍ਹਾਂ ਉਹ ਪਬਲਿਕ ਡਾਕੂਮੈਂਟ ਹੋਣਗੇ ਜਿਹੜੇ ਐਵੀਡੈਂਸ ਐਕਟ ਦੇ ਤਹਿਤ ਕੰਸਰਨ ਪਟਵਾਰੀ ਹਲਕਾ ਵੱਲੋਂ ਹੀ ਕੋਰਟ ਦੇ ਵਿੱਚ ਜੇ ਕਿਤੇ ਜ਼ਰੂਰਤ ਪੈਂਦੀ ਹੈ ਉਹਦੀ ਵਿਟਨੈਸ ਦੀ ਐਵੀਡੈਂਸ ਦੀ, ਤਾਂ ਕੰਸਰਨ ਪਟਵਾਰੀ ਹਲਕਾ ਵੱਲੋਂ ਹੀ ਕੋਰਟ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਉਹ ਮਤਲਬ ਕਿ ਜਿਵੇਂ ਕਿ ਅਸੀਂ ਦੇਖਦੇ ਹਾਂ, ਸਾਰਿਆਂ ਨੂੰ ਸਾਨੂੰ ਪਤਾ ਹੀ ਹੈ, ਕੋਈ ਵੀ ਵਿਅਕਤੀ ਉਹਨਾਂ ਜਿਹੜੇ ਆਰਡਰ ਪੇਪਰਸ ਨੇ ਪਟਵਾਰੀ ਹਲਕਾ ਦੇ ਪਾਸ ਉਹਨੂੰ ਇੰਸਪੈਕਟ ਵੀ ਕਰ ਸਕਦਾ ਹੈ। ਕੰਸਰਨਡ ਫੀਸ, ਲੋੜ ਦੀ ਜਿਹੜੀ ਫੀਸ ਬਣਦੀ ਹੈ ਉਹਦੀ ਉਹ ਅਦਾ ਕਰਕੇ ਕੋਈ ਵੀ ਵਿਅਕਤੀ ਜਿਹੜੇ ਪਟਵਾਰੀ ਹਲਕਾ ਦੇ ਜਿਹੜੇ ਕਾਗਜ਼ ਨੇ ਉਹਨਾਂ ਦੀ ਇੰਸਪੈਕਸ਼ਨ ਵੀ ਕੀਤੀ ਜਾ ਸਕਦੀ ਹੈ। ਦੈਨ ਹੈ ਸੈਕਸ਼ਨ 152 ਕੋਸਟ। ਰੈਵਨਿਊ ਆਫਿਸਰ ਮੇ ਗਿਵ ਐਂਡ ਅਪੋਰਸ਼ਨ ਦਾ ਕੋਸਟ ਆਫ ਪ੍ਰੋਸੀਡਿੰਗ। ਕੋਈ ਵੀ ਪ੍ਰੋਸੀਡਿੰਗ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ ਚੱਲਦੀ ਹੈ, ਕਿਸੇ ਵੀ ਡਿਸਪਿਊਟ ਨੂੰ ਲੈ ਕੇ ਜੇ ਉਹਦੇ ਤੇ ਕੋਈ ਕੋਸਟ ਪੇ ਕੀਤੀ ਜਾਣੀ ਹੈ ਪਾਰਟੀਆਂ ਵੱਲੋਂ, ਤਾਂ ਰੈਵਨਿਊ ਆਫਿਸਰ ਵੱਲੋਂ ਡਿਸਾਈਡ ਕੀਤਾ ਜਾਵੇਗਾ ਵੀ ਇਹ ਜਿਹੜੀ ਕੋਸਟ ਹੈ ਇਹ ਕੌਣ ਅਦਾ ਕਰੇਗਾ, ਕਿਹੜੀ ਪਾਰਟੀ ਅਦਾ ਕਰੇਗੀ। ਜਦ ਦੋਵੇਂ ਪਾਰਟੀਆਂ ਬਰਾਬਰ ਕਰਨਗੀਆਂ ਜਾਂ ਇੱਕ ਪਾਰਟੀ ਨੇ 1/3 ਕਰਨੀ ਹੈ, ਦੂਜੀ ਨੇ 2/3 ਅਦਾ ਕਰਨੀ ਹੈ, ਕਿ ਰੈਵਨਿਊ ਆਫਿਸਰ ਵੱਲੋਂ ਇਹ ਡਿਸੀਜਨ ਲਿਆ ਜਾਏਗਾ ਵੀ ਕਿਹੜੀ ਕੋਸਟ ਕਿਹੜਾ ਵਿਅਕਤੀ ਅਦਾ ਕਰੇਗਾ। ਨੈਕਸਟ ਹੈ ਸੈਕਸ਼ਨ 153 ਕੰਪਿਊਟੇਸ਼ਨ ਆਫ ਪੀਰੀਅਡਸ limited for the appeals applications and review। ਦੇਖੋ ਅਸੀਂ ਪੜ੍ਹ ਕੇ ਗਏ ਪਹਿਲਾਂ ਲੈਂਡ ਰੈਵਨਿਊ ਐਕਟ ਦੇ ਵਿੱਚ ਸੈਕਸ਼ਨ 13 ਅਪੀਲ, ਸੈਕਸ਼ਨ 14 ਲਿਮਿਟੇਸ਼ਨ ਆਫ ਅਪੀਲ, ਸੈਕਸ਼ਨ 15 ਪੜ੍ਹਿਆ ਸੀ ਅਸੀਂ ਰਿਵਿਊ ਦਾ, ਸੈਕਸ਼ਨ 16 ਪੜ੍ਹਿਆ ਸੀ ਅਸੀਂ ਰਿਵੀਜ਼ਨ ਦਾ। ਉਹਦੇ ਵਿੱਚ ਟਾਈਮ ਲਿਮਿਟ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਸਾਰੀਆਂ, ਵੀ ਕਿਹੜੇ ਪੀਰੀਅਡ ਦੇ ਵਿੱਚ। ਸੈਕਸ਼ਨ 14 'ਚ ਦੱਸਿਆ ਗਿਆ ਵੀ ਕਿੰਨੇ ਸਮੇਂ ਦੇ ਵਿੱਚ ਕਿਹੜੀ ਕੋਰਟ ਦੇ ਵਿੱਚ ਅਪੀਲ ਫਾਈਲ ਹੋ ਸਕਦੀ ਹੈ, ਹਰ ਕੇਸ ਦਾ ਵੱਖਰਾ ਸਮਾਂ ਦਿੱਤਾ ਗਿਆ ਹੈ। ਪਰ ਇਹ ਜਿਹੜੇ ਸਮੇਂ ਦਿੱਤੇ ਜਾਂਦੇ ਨੇ ਇਹ ਸਬਜੈਕਟ ਟੂ ਦਾ ਲਿਮਿਟੇਸ਼ਨ ਐਕਟ ਦੇ ਵਿੱਚ ਆ ਜਾਂਦੇ ਨੇ। ਮੇਨ ਐਕਟ ਜਿਹੜਾ ਹੈਗਾ ਉਹ ਲਿਮਿਟੇਸ਼ਨ ਐਕਟ ਹੈਗਾ। ਜਿੱਥੇ ਵੀ ਅਸੀਂ ਕਿਤੇ ਚੇਂਜ ਅਸੀਂ ਕਰਦੇ ਹਾਂ ਤਾਂ ਸਾਨੂੰ ਲਿਮਿਟੇਸ਼ਨ ਐਕਟ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਹੈ। ਲਿਮਿਟੇਸ਼ਨ ਐਕਟ ਦੇ ਵਿੱਚ ਵੀ ਚੇਂਜ ਕਰਨੀ ਪੈਂਦਾ ਨਾਲ ਜੇ ਅਸੀਂ ਕੋਈ ਰੈਵਨਿਊ ਕੋਡ ਦੇ ਲਿਮਿਟੇਸ਼ਨ ਦੇ ਰੈਵਨਿਊ ਕੋਡ ਦੇ ਵਿੱਚ ਜੇ ਅਸੀਂ ਕਿਤੇ ਕੋਈ ਚੇਂਜ ਕਰਦੇ ਹਾਂ ਤਾਂ ਲਿਮਿਟੇਸ਼ਨ ਐਕਟ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਨੇ ਉਹਨੂੰ ਕੰਟਰਾਡਿਕਟ ਨਹੀਂ ਕਰ ਸਕਦੇ। ਠੀਕ ਹੈ ਜੀ। ਲਿਮਿਟੇਸ਼ਨ ਐਕਟ 1908 ਜਿਹੜਾ ਕਿ ਸਪੈਸ਼ਲੀ ਬਣਿਆ ਹੋਇਆ ਇਸੇ ਕੰਮ ਲਈ ਵੀ ਕਿਸ ਕੇਸ ਦੀ ਕਿਹੜੇ ਪਾਰਟਿਕੂਲਰ ਕੇਸ ਦੀ ਜਿਹਦੀ ਅਪੀਲ ਹੈ ਉਹਦਾ ਸਮਾਂ ਕੀ ਹੈਗਾ, ਇਹ ਲਿਮਿਟੇਸ਼ਨ ਐਕਟ ਦਰਸਾਉਂਦਾ ਹੈ। ਉਸ ਐਕਟ ਦੇ ਅਕੋਰਡਿੰਗ ਹੀ ਜਿਹੜੇ ਸਾਡੀਆਂ ਅੱਗੇ ਫਰਦਰ ਜਿਹੜੇ ਐਕਟ ਸਾਡੇ ਬਣੇ ਹੋਏ ਨੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਹੈਗੀਆਂ ਸਾਡੀਆਂ ਸੈਕਸ਼ਨਸ ਬਣਦੀਆਂ ਨੇ। ਨੈਕਸਟ ਸੈਕਸ਼ਨ ਹੈਗਾ ਜੀ 154 'ਚ ਕੀ ਹੈ, ਰਿਸਟ੍ਰਿਕਸ਼ਨਸ ਔਨ ਦਾ ਰੈਵਨਿਊ ਆਫਿਸਰਸ ਬਿਡਿੰਗ ਐਟ ਆਕਸ਼ਨਸ ਔਰ ਟ੍ਰੇਡਿੰਗ। ਇਹ ਕਹਿੰਦਾ ਰੈਵਨਿਊ ਆਫਿਸਰਸ ਤੇ ਜਾਂ ਰੈਵਨਿਊ ਆਫਿਸ ਦਾ ਜਿਹੜਾ ਅਮਲਾ ਹੈਗਾ ਉਹਦੇ ਤੇ ਕੁਝ ਰੋਕਾਂ ਲਗਾਈਆਂ ਗਈਆਂ ਨੇ। ਕਾਹਦੇ ਦੇ ਲਈ? ਜਦੋਂ ਮੰਨ ਲਓ ਅਸੀਂ ਸਾਡੇ ਕੋਲੇ ਕੋਈ ਆਰਡਰ ਆਉਂਦਾ ਹੈ ਆਕਸ਼ਨ ਦਾ ਰੈਵਨਿਊ ਆਫਿਸਰ ਕੋਲੇ, ਅਸੀਂ ਉਸ ਆਕਸ਼ਨ ਦੇ ਵਿੱਚ ਜਾਂ ਜਿਸ ਜ਼ਿਲ੍ਹੇ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਉਸ ਜ਼ਿਲ੍ਹੇ ਦੇ ਵਿੱਚ ਕੋਈ ਕਿਸੇ ਜ਼ਮੀਨ ਦੀ ਕਿਸੇ ਕੋਰਟ ਵੱਲੋਂ ਬੋਲੀ ਕਰਾਈ ਜਾਂਦੀ ਹੈ ਤਾਂ ਕੋਈ ਵੀ ਰੈਵਨਿਊ ਆਫਿਸਰ ਜਾਂ ਕੋਈ ਰੈਵਨਿਊ ਆਫਿਸਰ ਦੀ ਇਨਕਮ ਕਰਨ ਵਾਲਾ ਆਫਿਸਰ, ਹੋਰ ਪਟਵਾਰੀ ਕਾਨੂੰਗੋ ਹਲਕਾ ਜਾਂ ਵੀ ਕੰਸਰਨਡ ਕੋਈ ਰੀਡਰ, ਕੋਈ ਵੀ ਵਿਅਕਤੀ ਜਿਹੜਾ ਹੈਗਾ ਜਿਹੜਾ ਉਸ ਆਰਡਰਸ ਨੂੰ ਐਗਜ਼ੀਕਿਊਟ ਕਰਦਾ ਹੈ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਆਪਣੇ ਨਾਮ ਤੇ ਬੀਇੰਗ ਏ ਸ਼ੇਅਰ ਹੋਲਡਰ ਆਪਣੇ ਪਰਿਵਾਰ ਦੇ ਮੈਂਬਰ ਦੇ ਨਾਮ ਤੇ, ਠੀਕ ਹੈ, ਕਿਤੇ ਵੀ ਪ੍ਰਾਪਰਟੀ ਪਰਚੇਜ ਨਹੀਂ ਕਰ ਸਕਦਾ ਇੱਦਾਂ ਦੇ ਕੇਸ ਦੇ ਵਿੱਚ ਜਦੋਂ ਕਿਤੇ ਕੋਰਟ ਵੱਲੋਂ ਆਕਸ਼ਨ ਕੀਤੀ ਜਾਣੀ ਹੋਵੇ। ਪਰਚੇਜ ਔਰ ਬਿਡ ਫॉर ਆਈਦਰ ਇਨ ਪਰਸਨ ਔਰ ਬਾਈ ਏਜੰਟ, ਨਾ ਆਪ ਨਾ ਆਪਦੇ ਕਿਸੇ ਏਜੰਟ ਰਾਹੀਂ, ਇਨ ਹਿਜ਼ ਓਨ ਨੇਮ ਆਪਦੇ ਨਾਮ ਤੇ, ਇਨ ਦੈਟ ਆਫ ਅਨਦਰ ਜਾਂ ਕਿਸੇ ਹੋਰ ਦੇ ਨਾਮ ਤੇ, ਜੁਆਇੰਟਲੀ ਸ਼ੇਅਰਿੰਗ ਦੇ ਵਿੱਚ ਵਿਦ ਅਦਰਸ ਕਿਸੇ ਹੋਰ ਵਿਅਕਤੀ ਨਾਲ ਸ਼ੇਅਰਿੰਗ ਦੇ ਵਿੱਚ, any property which any revenue officer or revenue court in the district in which he is employed has ordered to be sold। ਜਿੱਥੇ ਕਿਤੇ ਸੋਲ ਕੀਤੀ ਜਾਣੀ ਹੈ ਰੈਵਨਿਊ ਆਫਿਸਰ ਕੋਲੇ ਜਾਂ ਉਹਦੇ ਕਿਸੇ EMPLOYEES ਦੇ ਕੋਲੇ ਕੋਈ ਅਧਿਕਾਰ ਨਹੀਂ ਹੈ ਵੀ ਉਸਨੂੰ ਪ੍ਰਾਪਰਟੀ ਨੂੰ ਪਰਚੇਜ ਕਰੇ। ਤੇ ਦੂਸਰਾ ਹੈਗਾ ਸਬਸੈਕਸ਼ਨ B, ਇਹਦੇ ਵਿੱਚ ਕਿਹਾ ਗਿਆ 154 ਦਾ ਸੈਕਸ਼ਨ 1 ਦੀ ਗੱਲ ਕਰ ਰਹੇ ਹਾਂ ਅਸੀਂ। 154 ਦੇ 1 ਦੇ ਵਿੱਚ ਇਹ ਕਿਹਾ ਗਿਆ ਵੀ ਅਸੀਂ ਰੈਵਨਿਊ ਆਫਿਸਰ
ਜਾਂ ਉਹਦਾ ਕੋਈ ਪਰਸਨ ਹੋਰ ਇੰਪਲਾਈਡ ਹੈ ਜਿਹੜਾ ਉਹ ਪ੍ਰਾਪਰਟੀ ਪਰਚੇਜ ਨਹੀਂ ਕਰ ਸਕਦਾ। ਦੈਨ ਜਿਹੜੀ ਕਲੌਜ਼ B ਹੈਗੀ ਹੈ, ਇਹ 'ਚ ਕੀ ਕਿਹਾ ਹੈ, ਇਨ ਕੰਟਰਾਵੈਂਸ਼ਨ ਆਫ ਐਨੀ ਰੂਲਸ ਮੇਡ ਬਾਈ ਦਾ ਸਟੇਟ ਗਵਰਨਮੈਂਟ ਇਨ ਹਿਸ ਬਿਹਾਫ ਇੰਗੇਜ ਇਨ ਦਾ ਟ੍ਰੇਡ, ਕੋਈ ਵੀ ਬਿਜ਼ਨਸ ਉਸ ਜ਼ਿਲ੍ਹੇ ਦੇ ਵਿੱਚ ਉਹ ਨਹੀਂ ਕਰ ਸਕਦਾ। ਯਾਨੀ ਕਿ ਸਾਡੇ ਦੇਖੋ ਇੱਥੇ ਕੀ ਹੈ, ਇੱਥੇ ਅਸੀਂ ਸਿਵਲ ਸਰਵਿਸ ਰੂਲਸ ਦੀ ਗੱਲ ਕਰਦੇ ਹਾਂ, ਉਹਨੂੰ ਨਾਲ ਇਹਦੇ 'ਚ ਕੀਤਾ ਗਿਆ ਹੈ। ਜਿਹੜੇ ਸਾਡੇ ਕੰਡਕਟ ਰੂਲਸ ਹੁੰਦੇ ਨੇ, ਕੰਡਕਟ ਰੂਲਸ ਤੁਸੀਂ 8ਵੇਂ ਪੇਪਰ ਦੀ ਤਿਆਰੀ ਵੀ ਕਰਦੇ ਹੋਵੋਗੇ। ਕੰਡਕਟ ਰੂਲ ਦੇ ਵਿੱਚ ਦਰਸਾਇਆ ਗਿਆ ਸਾਰਾ ਕੁਝ ਵੀ ਕੋਈ ਗਵਰਨਮੈਂਟ ਇੰਪਲਾਈ ਕਿਹੜੇ ਕਿਹੜੇ ਕੰਮ ਕਰ ਸਕਦਾ ਹੈ, ਕਿਹੜੇ ਕਿਹੜੇ ਕੰਮ ਨਹੀਂ ਕਰ ਸਕਦਾ। ਤੁਸੀਂ ਕੰਡਕਟ ਰੂਲ ਪੜ੍ਹ ਰਹੇ ਹੋਵੋਗੇ ਸਾਰੇ। ਇਹ ਕੰਡਕਟ ਰੂਲ ਦੀ ਪਰਿਭਾਸ਼ਾ ਜਿਹੜੀ ਇੱਥੇ ਹੈਗੀ ਹੈ ਉਹ ਕੋਡ ਕੀਤੀ ਗਈ ਹੈ। ਕੰਡਕਟ ਰੂਲ ਦੇ ਵਿੱਚ ਵੀ ਇਹੀ ਕੁਝ ਲਿਖਿਆ ਹੋਏਗਾ ਤੇ ਇੱਥੇ ਵੀ ਇਹੀ ਕੁਝ ਦੱਸ ਦਿੱਤਾ ਗਿਆ ਵੀ ਅਸੀਂ ਉਹ ਪ੍ਰਾਪਰਟੀ ਪਰਚੇਜ ਨਹੀਂ ਕਰ ਸਕਦੇ ਜਿਹੜੀ ਕਿ ਉਸ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦੇ ਨਾਲ ਕਿਸੇ ਵੀ ਕੋਰਟ ਵੱਲੋਂ, ਕਿਸੇ ਕੋਰਟ ਦੇ ਆਰਡਰ ਰਾਹੀਂ ਆਕਸ਼ਨ ਕੀਤੀ ਜਾਣੀ ਹੋਵੇ। ਸਾਡੇ ਕਈ ਬੰਦੇ ਗਲਤੀ ਕਰ ਲੈਂਦੇ ਨੇ ਜੀ, ਇਸ ਗੱਲ ਤੋਂ ਬਚਣਾ ਚਾਹੀਦਾ ਹੈ। ਇੱਕ ਵਾਰੀ ਅਸੀਂ ਵੀ ਦੇਖਿਆ ਕੋਈ ਇਹ ਪ੍ਰੋਬਲਮ ਕਿਸੇ ਸਾਡੇ ਰੈਵਨਿਊ ਆਫੀਸਰ ਨੂੰ ਆਈ ਸੀਗੀ, ਉਹਦੀ ਬੜੀ ਮੁਸ਼ਕਲ ਕ੍ਰੀਏਟ ਹੋਈ ਉਸਨੂੰ, ਆਪਣੇ ਪਰਿਵਾਰ ਦੇ ਮੈਂਬਰ ਦੇ ਨਾਂ ਤੇ, ਆਪਣੇ ਹੀ ਬੇਟੇ ਦੇ ਨਾਂ ਤੇ ਉਸਨੇ ਪ੍ਰਾਪਰਟੀ ਪਰਚੇਜ ਕਰ ਲਈ ਸੀਗੀ। ਬਾਅਦ 'ਚ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਠੀਕ ਹੈ ਜੀ, ਇਸ ਕਰਕੇ ਇਹੋ ਜਿਹੇ ਕੰਮ ਤੋਂ ਜਿਹੜਾ ਹੈਗਾ ਗਰੇਜ਼ ਕਰਨਾ ਚਾਹੀਦਾ ਹੈ। ਨੈਕਸਟ ਹੈ ਜੀ ਪਾਵਰ ਟੂ ਮੇਕ ਰੂਲਸ। ਪਾਵਰ ਟੂ ਮੇਕ ਰੂਲਸ, ਫਾਈਨੈਂਸ਼ੀਅਲ ਕਮਿਸ਼ਨਰ ਨੂੰ ਪਾਵਰ ਦਿੱਤੀ ਗਈ ਹੈ ਜੀ ਰੂਲ ਬਣਾਉਣ ਦੀ। ਠੀਕ ਹੈ, ਫਾਈਨੈਂਸ਼ੀਅਲ ਕਮਿਸ਼ਨਰ ਸੈਕਸ਼ਨ 155 ਪੜ੍ਹ ਰਿਹਾ ਜੀ ਮੈਂ, ਸੈਕਸ਼ਨ 155 power to make rules. Financial commissioner may, in addition to the other rules which may be made by him under this act, make rule consistent with the act. देखो ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜੇ ਰੂਲ ਬਣਾਏ ਜਾਣੇ ਆ, ਕਿਸ ਵੀ ਐਕਟ ਨੂੰ ਲਾਗੂ ਕਰਨ ਦੀ ਖਾਤਰ ਜਿਹੜੇ ਰੂਲ ਬਣਾਏ ਜਾਂਦੇ ਆ ਉਸ ਐਕਟ ਨੂੰ ਮੱਦੇ ਨਜ਼ਰ ਰੱਖਣਾ ਹੁੰਦਾ ਹੈ ਵੀ ਜਿਹੜੇ ਰੂਲ ਬਣਾ ਰਹੇ ਹਾਂ ਅਸੀਂ ਉਸ ਐਕਟ ਨੂੰ ਕੰਟਰੈਕਟ ਨਾ ਕਰਨ। ਮੇਨ ਤਾਂ ਮਤਲਬ ਇਹ ਹੁੰਦਾ ਰੂਲ ਬਣਾਉਣ ਦਾ ਵੀ ਕਿਸੇ ਐਕਟ ਨੂੰ ਲਾਗੂ ਕਰਨ ਦੀ ਖਾਤਰ ਰੂਲ ਬਣਾਏ ਜਾਂਦੇ ਨੇ, ਜਿਹੜੀਆਂ ਗੱਲਾਂ ਕੁਝ ਪ੍ਰੋਸੀਜਰ, ਕੁਝ ਪ੍ਰੋਸੈਸ ਐਕਟ ਦੇ ਵਿੱਚ ਪ੍ਰੋਵਾਈਡਡ ਨਹੀਂ ਹੁੰਦੇ। ਇਸ ਲਈ ਉਸ ਐਕਟ ਨੂੰ ਲਾਗੂ ਕਰਨ ਵਾਸਤੇ ਸਰਕਾਰ ਵੱਲੋਂ ਸਮੇਂ-ਸਮੇਂ ਤੇ ਰੂਲ ਬਣਾਏ ਜਾਂਦੇ ਨੇ। ਇੱਥੇ ਰੈਵਨਿਊ ਆਫੀਸਰ ਨੂੰ ਪਾਵਰ ਦਿੱਤੀਆਂ ਗਈਆਂ ਨੇ ਰੂਲ ਬਣਾਉਣ ਦੀਆਂ, ਪਰ ਨਾਲ ਨਾਲ ਇਹ ਵੀ ਧਿਆਨ ਰੱਖਿਆ ਜਾਣਾ ਹੈ ਵੀ ਜਿਹੜੇ ਰੂਲਸ ਨੇ ਉਹ ਸਾਡੇ ਜਿਹੜੇ ਐਕਟ ਹੈਗਾ, ਜਿਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਰੂਲ ਬਣਾਏ ਜਾ ਰਹੇ ਨੇ ਵੀ ਉਹ ਜਿਹੜਾ ਐਕਟ ਹੈ ਉਹ ਤੋਂ ਕੰਟਰਾਡਿਕਟ ਨਾ ਕਰਨ। ਠੀਕ ਹੈ ਜੀ, ਅੱਗੇ ਗੱਲ ਕੀਤੀ ਹੈ ਇਸਨੇ A ਤੋਂ ਲੈ ਕੇ G ਤੱਕ ਵੀ ਕਿਹੜੇ ਕਿਹੜੇ ਕੰਮ ਦੇ ਸੰਬੰਧ ਵਿੱਚ ਸਰਕਾਰ ਵੱਲੋਂ FCR ਵੱਲੋਂ ਰੂਲ ਬਣਾਏ ਜਾਣੇ ਨੇ, ਕਿਸ ਕਿਸ ਕੰਮ ਨੂੰ। A ਦੇ ਵਿੱਚ ਕਿਹਾ ਹੈ ਜੀ ਫਿਕਸਿੰਗ ਦਾ ਨੰਬਰ ਆਫ ਦਾ ਅਮਾਊਂਟ ਆਫ ਦਾ ਇੰਸਟਾਲਮੈਂਟਸ, ਕਿਸ਼ਤਾਂ ਦੀ ਗਿਣਤੀ, ਇੱਕ ਜਾਂ ਦੋ ਕਿਸ਼ਤਾਂ 'ਚ ਕੋਈ ਜਿਹੜਾ ਕੋਈ ਅਮਾਊਂਟ ਹੈਗੀ ਹੈ। ਫਿਕਸਿੰਗ ਦਾ ਨੰਬਰ ਐਂਡ ਅਮਾਊਂਟ ਆਫ ਦਾ ਇੰਸਟਾਲਮੈਂਟਸ ਐਂਡ ਦਾ ਟਾਈਮਸ ਐਂਡ ਪਲੇਸਿਸ ਐਂਡ ਦਾ ਮੈਨਰ by at and in which any sum of other than rent or the land revenue which is payable under this act, ਜਿਹੜੇ ਇਸ ਐਕਟ ਦੇ ਵਿੱਚ, ਇਸ ਐਕਟ ਦੇ ਤਹਿਤ ਜਿਹੜੀਆਂ ਵੀ ਕੋਈ ਅਮਾਊਂਟ ਹੈ ਉਹ ਪੇਏਬਲ ਹੈਗੀ ਹੈ ਕਿਸੇ ਵਿਅਕਤੀ ਵੱਲੋਂ ਕਿਸੇ ਦੂਜੇ ਵਿਅਕਤੀ ਨੂੰ ਜਾਂ ਸਰਕਾਰ ਨੂੰ, ਤਾਂ ਉਹਦੀਆਂ ਕਿੰਨੀਆਂ ਕਿਸ਼ਤਾਂ ਹੋਣਗੀਆਂ। ਠੀਕ ਹੈ ਜੀ, ਕਿਹੜਾ ਟਾਈਮ ਹੋਏਗਾ, ਕਿਸ ਜਗ੍ਹਾ ਤੇ ਪੇਮੈਂਟ ਅਦਾ ਕਰਨੀ ਹੋਏਗੀ, ਇਹ ਸਾਰਾ ਇਸ ਸੰਬੰਧੀ ਜਿਹੜੇ ਸਰਕਾਰ ਵੱਲੋਂ ਰੂਲ ਬਣਾਏ ਜਾਂਦੇ ਆ। B clause ਦੇ ਵਿੱਚ ਹੈਗਾ ਜੀ ਫਿਕਸਿੰਗ ਦਾ ਡੇਟਸ ਔਨ ਵਿਚ ਪ੍ਰੋਫਿਟਸ ਆਰ ਟੂ ਬੀ ਡਿਵਿਜ਼ੀਬਲ ਬਾਈ ਦਾ ਹੈਡਮੈਨ ਔਰ ਅਦਰ ਪਰਸਨਸ ਬਾਈ whom they are realized on behalf of the co-sharers। ਜੇ ਕੋਈ co-sharer ਨੂੰ ਕੋਈ ਪ੍ਰੋਫਿਟ ਕਿਸੇ ਗੱਲ ਦਾ ਹੈਗਾ, ਉਹਦੀ ਡੇਟਾ ਫਿਕਸ ਕਰਨੀ ਆ ਵੀ ਉਹ ਤੁਸੀਂ ਕਦੋਂ ਵੰਡਣਾ ਹੈਗਾ, ਕਿਸ ਤਰੀਕੇ ਨਾਲ ਵੰਡਣਾ ਹੈ। ਦੈਨ C clause ਦੇ ਵਿੱਚ ਹੈ ਪ੍ਰਸਕ੍ਰਾਈਬਿੰਗ ਦਾ ਫੀਸ ਟੂ ਬੀ ਚਾਰਜਡ, ਜਿਹੜੀ ਫੀਸ ਹੈ ਜਿਵੇਂ ਆਪਾਂ ਨਕਲਾਂ ਜਾਰੀ ਕਰਨ ਦੀ ਫੀਸ ਲੈਂਦੇ ਹਾਂ। ਠੀਕ ਹੈ ਜੀ, ਪ੍ਰਸਕ੍ਰਾਈਬਿੰਗ ਦਾ ਫੀਸ ਟੂ ਬੀ ਚਾਰਜਡ ਫਾਰ ਦਾ ਸਰਵਿਸ ਐਂਡ ਐਗਜ਼ੀਕਿਊਸ਼ਨ ਆਫ ਦਾ ਪ੍ਰੋਸੈਸਸ। ਕੋਈ ਅਸੀਂ ਕੋਈ ਅਟੈਚਮੈਂਟ ਕਰਦੇ ਹਾਂ, ਕੋਈ ਬੋਲੀ ਕਰਵਾਉਂਦੇ ਹਾਂ, ਠੀਕ ਹੈ, ਉਹਦੀ ਕੋਈ ਫੀਸ ਜਿਹੜੀ ਹੈਗੀ ਹੈ ਉਹ ਚਾਰਜ, ਕਿੰਨੀ ਫੀਸ ਚਾਰਜ ਕੀਤੀ ਜਾਵੇਗੀ ਰੈਵਨਿਊ ਆਫਿਸ ਵੱਲੋਂ, ਰੈਵਨਿਊ ਆਫਿਸਰਸ and revenue codes the mode in which those fees are to be collected, ਜਿਹੜੀ ਫੀਸ ਹੈ ਉਹ ਕਿਵੇਂ ਕਲੈਕਟ ਕੀਤੀ ਜਾਣੀ ਹੈ। ਨੰਬਰ ਆਫ ਪਰਸਨਸ ਟੂ ਬੀ ਇੰਪਲਾਈਡ, ਉਸ ਕੰਮ ਦੇ ਲਈ ਕਿੰਨੇ ਬੰਦੇ ਲਗਾਏ ਜਾਣਗੇ।
ਐਗਜੀਕਿਊਸ਼ਨ ਉਹਦੀ ਕਿਵੇਂ ਹੋਏਗੀ, ਸਾਰਾ ਪ੍ਰੋਸੈਸ ਦੱਸਣ ਦੇ ਲਈ ਜਿਹੜੇ ਰੂਲ ਹੈਗੇ ਨੇ ਉਹ ਬਣਾਏ ਜਾਣਗੇ FCR ਵੱਲੋਂ। ਦੈਨ ਹੈਗਾ ਜੀ ਕਲੌਜ਼ D, ਰੈਗੂਲੇਟਿੰਗ ਦਾ ਪ੍ਰੋਸੀਜਰ ਇਨ ਕੇਸਸ, ਪ੍ਰੋਸੀਜਰ ਨੂੰ ਰੈਗੂਲੇਟ ਕਰਨਾ, ਵੀ ਪ੍ਰੋਸੀਜਰ ਕਿਵੇਂ ਚਲਾਉਣਾ ਹੈਗਾ। ਪਰਸਨਸ ਆਰ ਐਂਟਾਈਟਲਡ ਟੂ ਇੰਸਪੈਕਟ ਰਿਕਾਰਡਸ, ਜਿਹੜੇ ਵੀ ਕਿਸੇ ਵਿਅਕਤੀ ਨੇ ਪਟਵਾਰੀ ਹਲਕਾ ਦਾ ਕੋਈ ਰਿਕਾਰਡ ਇੰਸਪੈਕਟ ਕਰਨਾ ਹੈ, ਉਹਦਾ ਕੀ ਪ੍ਰੋਸੈਸ ਹੋਏਗਾ, ਕਿਵੇਂ ਪਹਿਲਾਂ ਉਹ ਫੀਸ ਜਮ੍ਹਾਂ ਕਰਵਾਏਗਾ, ਕਿਸ ਤਰੀਕੇ ਨਾਲ ਫੀਸ ਜਮ੍ਹਾਂ ਕਰਾਏਗਾ, ਹੈ ਜੀ। ਟੂ ਇੰਸਪੈਕਟ ਰਿਕਾਰਡਸ ਆਫ ਦ ਰੈਵਨਿਊ ਆਫਿਸਰਸ, ਰੈਵਨਿਊ ਆਫਿਸਰ ਦਾ ਕੋਈ ਰਿਕਾਰਡ ਚੈੱਕ ਕਰਨਾ ਹੈ, ਦੇਖਣਾ ਹੈ, ਇੰਸਪੈਕਟ ਕਰਨਾ ਹੈ, ਜਾਂ ਰਿਕਾਰਡ ਔਰ ਪੇਪਰਸ ਇਨ ਦਾ ਕਸਟਡੀ ਆਫ ਵਿਲੇਜ ਆਫਿਸਰ, ਪਟਵਾਰੀ ਹਲਕਾ ਕੋਲ ਕੋਈ ਰਿਕਾਰਡ ਹੈਗਾ, ਠੀਕ ਹੈ। ਔਰ ਟੂ ਓਬਟੇਨ ਕਾਪੀਜ਼, ਉਹਦੀਆਂ ਕਾਪੀਆਂ ਲੈਣੀਆਂ, ਨਕਲਾਂ ਲੈਣੀਆਂ ਨੇ। ਪ੍ਰਸਕ੍ਰਾਈਬਿੰਗ ਦਾ ਫੀਸ ਪੇਬਲ, ਸਰਚਸ, ਉਹਦੀ ਫੀਸ ਕਿੰਨੀ ਹੋਏਗੀ, ਸਰਚ ਕਰਨ ਦੀ ਫੀਸ ਕਿੰਨੀ ਹੋਏਗੀ, ਠੀਕ ਹੈ। ਇਸ ਸਮੇਂ ਆਪਾਂ ਦੇਖਦੇ ਹਾਂ ਜਿਹਨੇ ਫੀਸਾਂ 'ਚ ਘਾਟਾ ਵਾਧਾ ਹੁੰਦਾ ਹੈਗਾ, ਉਹ ਸਾਰਾ ਇਸ ਐਕਟ ਦੇ ਤਹਿਤ ਰੂਲ ਸਰਕਾਰ ਵੱਲੋਂ ਬਣਾਏ ਜਾਂਦੇ ਨੇ। ਸਰਕਾਰ ਸਮੇਂ-ਸਮੇਂ ਤੇ ਚੇਂਜ ਕਰਦੀ ਹੈ, ਫੀਸਾਂ ਚੇਂਜ ਕਰਦੀ ਹੈ, ਇੰਤਕਾਲ ਦੀ ਫੀਸ ਚੇਂਜ ਕਰਦੀ ਹੈ, ਕਾਪੀ ਦੀ ਫੀਸ ਚੇਂਜ ਕਰਦੀ ਹੈ। ਮਤਲਬ ਐਕਟ ਇਹ ਹੈਗਾ, ਰੂਲ ਇਸ ਐਕਟ ਦੇ ਤਹਿਤ ਸਰਕਾਰ ਵੱਲੋਂ ਬਣਾਏ ਜਾਂਦੇ ਨੇ ਸਮੇਂ-ਸਮੇਂ ਤੇ। ਦੈਨ E, ਪ੍ਰਸਕ੍ਰਾਈਬਿੰਗ ਫਾਰਮਸ ਫॉर ਸਚ ਬੁੱਕਸ, ਐਂਟਰੀ ਸਟੈਟਿਕਸ, ਜਿੰਨੇ ਵੀ ਫਾਰਮ ਸਾਡੇ ਬਣਦੇ ਨੇ ਜਮ੍ਹਾਂਬੰਦੀ ਦੇ, ਗਿਰਦਾਵਰੀ ਦੇ, ਇੰਤਕਾਲ ਰਜਿਸਟਰ ਦੇ, ਉਹ ਜਿਹੜੇ ਸਾਰੇ ਫਾਰਮ ਸਰਕਾਰ ਵੱਲੋਂ ਬਣਾਏ ਜਾਂਦੇ ਨੇ, ਪਰ ਇਸ ਐਕਟ ਦੇ ਤਹਿਤ ਰੂਲਾਂ ਦੀ ਨਜ਼ਰ ਦੇ ਵਿੱਚ ਇਸ ਐਕਟ ਦੇ ਤਹਿਤ ਬਣਾਏ ਜਾਂਦੇ ਨੇ ਫਾਰਮ, ਜਿਹੜੇ ਪ੍ਰਸਕ੍ਰਾਈਬ ਕੀਤੇ ਜਾਂਦੇ ਨੇ ਅਲੱਗ-ਅਲੱਗ ਕੰਮ ਦੇ ਲਈ। ਦੈਨ ਕਲੌਜ਼ F, ਡਿਕਲੇਅਰਿੰਗ what shall be the language of any those officers, ਕਿਸੇ ਦਫ਼ਤਰ ਦੇ ਵਿੱਚ ਕਿਹੜੀ ਲੈਂਗੁਏਜ ਹੋਏਗੀ, ਪੰਜਾਬੀ ਹੋਏਗੀ, ਇੰਗਲਿਸ਼ ਹੋਏਗੀ, ਜਾਂ ਜੇ ਰੈਵਨਿਊ ਕੋਡ ਦੇ ਵਿੱਚ ਕੋਈ ਮੁਕੱਦਮਾ ਚੱਲਦਾ ਹੈ ਤੇ ਕਿਹੜੇ ਪਾਰਟੀਕੂਲਰ ਕੇਸ ਹੈਗੇ ਆ ਜਿਹਦੇ ਵਿੱਚ ਜਿਹੜੇ ਵਕੀਲ ਹੈਗੇ ਨੇ ਉਹਨਾਂ ਨੂੰ ਇੰਗਲਿਸ਼ ਬੋਲਣ ਦੀ ਆਗਿਆ ਹੋਵੇਗੀ, ਬਾਕੀ ਪੰਜਾਬੀ ਬੋਲਣ ਦੀ ਆਗਿਆ ਹੋਵੇਗੀ। ਇਸ ਕਰਕੇ ਜਿਹੜੀ ਲੈਂਗੁਏਜ ਹੈ, ਲੈਂਗੁਏਜ ਕਿਹੜੀ ਹੋਏਗੀ, ਕਿਹੜੇ ਪਾਰਟੀਕੂਲਰ ਕੇਸ 'ਚ ਕਿਹੜੀ ਲੈਂਗੁਏਜ ਹੋਏਗੀ, ਇਹ ਜਿਹੜੀ ਇਹਦੇ ਸੰਬੰਧੀ ਵੀ ਜਿਹੜੀ ਸਰਕਾਰ ਵੱਲੋਂ ਨਿਯਮ ਬਣਾਏ ਜਾਂਦੇ ਨੇ। G ਕਲੌਜ਼ ਹੈ ਜੀ, ਜਨਰਲੀ ਫਾਰ ਕੈਰਿੰਗ ਆਊਟ ਦਾ ਪਰਪਸ ਆਫ ਦਿਸ ਐਕਟ, ਮਤਲਬ ਇਹਨੇ ਗੱਲ ਇਹ ਕਰ ਦਿੱਤੀ ਵੀ ਇਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਜਨਰਲੀ ਤੌਰ ਤੇ ਜਿਹੜੇ ਨਿਯਮ ਨੇ, ਇੱਥੇ ਉੱਪਰ ਆ ਕੇ ਨੇ 4-5 ਕਲੌਜ਼ਾਂ ਦੱਸਤੀਆਂ ਵੀ ਕਿਸ ਤਰ੍ਹਾਂ ਦੇ ਨਿਯਮ FCR ਵੱਲੋਂ ਬਣਾਏ ਜਾਂਦੇ ਨੇ। ਥੱਲੇ ਆ ਕੇ ਨੇ G ਕਲੌਜ਼ 'ਚ ਇੱਕ ਗੱਲ ਖਤਮ ਕਰਤੀ, ਨਿਬੇੜ ਦਿੱਤੀ, ਜਨਰਲੀ ਫਾਰ ਕੈਰਿੰਗ ਆਊਟ ਦਾ ਪਰਪਸ ਆਫ ਦਿਸ ਐਕਟ, ਵੀ ਇਸ ਜਿਹੜਾ ਐਕਟ ਹੈ ਇਹਦਾ ਪਰਪਸ ਨੂੰ ਲਾਗੂ ਕਰਨ ਦੀ ਖਾਤਰ ਜਿਹੜੇ ਨਿਯਮ ਨੇ, ਜਿਹੜੇ ਵੀ ਜ਼ਰੂਰਤ ਪੈਂਦੀ ਹੈ ਸਰਕਾਰ ਨੂੰ, ਸਰਕਾਰ ਵੱਲੋਂ ਬਣਾਏ ਜਾਂਦੇ ਨੇ। ਅੱਗੇ ਸਬਸੈਕਸ਼ਨ 2 155 ਦੀ, until rules are made under clause AB, ਇਹ ਕਹਿੰਦਾ AB ਦੇ ਵਿੱਚ ਜਿਹੜੀਆਂ ਡੇਟਾਂ ਸੀ ਫਿਕਸ ਕਰਨੀਆਂ ਸੀਗੀਆਂ, ਕਿਸ਼ਤਾਂ ਫਿਕਸ ਕਰਨੀਆਂ ਸੀਗੀਆਂ, ਜਦੋਂ ਤੱਕ ਰੂਲ ਨਹੀਂ ਬਣਾਏ ਜਾਂਦੇ ਤਾਂ ਜਿਹੜਾ ਮਾਮਲਾ ਹੈਗਾ ਜੋ ਅਮਾਊਂਟ ਹੈਗੀ ਜਿਵੇਂ ਪਹਿਲਾਂ ਚੱਲਦੀ ਹੈ ਕਿਸ਼ਤਾਂ ਵਿੱਚ ਅਦਾ ਕੀਤੀ ਜਾਵੇਗੀ। Then subsection 3, rules made by the financial commissioner under this or any other section of this act shall not take effect until they have sanctioned by the state government. ਇੱਥੇ ਕਿਹਾ ਗਿਆ ਸਬਸੈਕਸ਼ਨ 3 ਦੇ ਵਿੱਚ ਵੀ ਜਿਹੜੇ ਰੂਲ ਸਰਕਾਰ ਵੱਲੋਂ ਬਣਾਏ ਜਾਣੇ ਨੇ, FCR ਵੱਲੋਂ ਬਣਾਏ ਜਾਣੇ ਨੇ, ਉਹ ਉਦੋਂ ਤੱਕ ਇਨਫੋਰਸ ਨਹੀਂ ਹੋ ਸਕਦੇ ਜਦੋਂ ਤੱਕ ਉਹਨੂੰ ਸਰਕਾਰ ਦੀ ਸੈਂਕਸ਼ਨ ਨਾ ਮਿਲ ਜਾਵੇ। ਨੈਕਸਟ ਆ ਗਿਆ ਜੀ ਸੈਕਸ਼ਨ 156, ਰੂਲਸ ਟੂ ਬੀ ਮੇਡ ਆਫਟਰ ਪ੍ਰੀਵੀਅਸ ਪਬਲਿਕੇਸ਼ਨ। ਜਦੋਂ ਵੀ ਕੋਈ ਰੂਲ ਸਰਕਾਰ ਵੱਲੋਂ ਬਣਾਇਆ ਜਾਂਦਾ ਹੈ, FCR ਵੱਲੋਂ ਬਣਾਇਆ ਜਾਂਦਾ ਹੈ, ਤਾਂ ਰੂਲ ਦਾ ਜਿਹੜਾ ਕੱਚਾ ਖਰੜਾ ਹੈਗਾ, ਪਹਿਲਾਂ ਡਰਾਫਟ ਰੂਲਸ ਬਣਦੇ ਨੇ। ਡਰਾਫਟ ਰੂਲਸ ਮਤਲਬ ਕੱਚੇ ਰੂਲਸ, ਸਰਕਾਰ ਦੀ ਪਲੈਨਿੰਗ ਵੀ ਆਹ ਸਰਕਾਰ ਦੀ ਪਲੈਨਿੰਗ ਹੈ, ਇਹ ਸਰਕਾਰ ਇੱਦਾਂ ਦੇ ਰੂਲ ਬਣਾਉਣ ਜਾ ਰਹੀ ਹੈ ਤੇ ਉਹਨਾਂ ਨੂੰ ਪਹਿਲਾਂ ਪਬਲਿਸ਼ ਕਰਨਾ ਪਏਗਾ ਅਖਬਾਰ ਦੇ ਵਿੱਚ, ਫਿਰ ਉਸ ਤੋਂ ਬਾਅਦ ਪਬਲਿਕੇਸ਼ਨ ਤੋਂ ਬਾਅਦ ਹੀ ਜਿਹੜੇ ਰੂਲ ਨੇ ਉਹ ਬਣਾਏ ਜਾ ਸਕਦੇ ਨੇ। ਅੱਗੇ ਆ ਗਈ ਸੈਕਸ਼ਨ 157 'ਚ ਕੀ ਹੈ, ਪਾਵਰ exercisable by the financial commissioner from time to time. All the powers conferred by this act on the financial commissioner may be exercised from time to time as occasion require. ਕਹਿੰਦਾ ਜਦੋਂ ਵੀ ਲੋਕਾਂ ਦੀ ਲੋੜ ਪੈਂਦੀ ਹੈ, ਜਿਹੋ ਜਿਹਾ ਵੀ ਕਿਤੇ ਸਮਾਂ ਆਉਂਦਾ ਹੈ, ਜਿੱਦਾਂ ਵੀ ਜ਼ਰੂਰਤ ਸਰਕਾਰ ਨੂੰ ਪੈਂਦੀ ਹੈ ਰੂਲ ਬਣਾਉਣ ਦੀ, ਤਾਂ FCR ਵੱਲੋਂ ਉਸ ਸਮੇਂ ਨੂੰ ਮੱਦੇਨਜ਼ਰ ਰੱਖਦੇ ਹੋਏ, ਮੌਕੇ ਨੂੰ ਮੱਦੇਨਜ਼ਰ ਰੱਖਦੇ ਹੋਏ ਲੋੜ ਮੁਤਾਬਕ ਰੂਲ ਹੈਗੇ ਆ ਉਹ ਬਣਾਏ ਜਾ ਸਕਦੇ ਨੇ। ਠੀਕ ਹੈ ਜੀ। ਨੈਕਸਟ ਅਸੀਂ ਪੜਾਂਗੇ ਸੈਕਸ਼ਨ 158। ਇਹ ਬਹੁਤ ਇੰਪੋਰਟੈਂਟ ਚੈਪਟਰ ਹੈ ਜੀ। ਸੈਕਸ਼ਨ ਹੈਗੀ ਹੈ 158, ਤੁਹਾਨੂੰ ਇਹ ਜ਼ਬਾਨੀ ਯਾਦ ਹੋਣੀ ਚਾਹੀਦੀ ਹੈ। ਐਕਸਕਲੂਜਨ ਆਫ ਜੁਰਿਸਡਿਕਸ਼ਨ ਆਫ ਦਾ ਸਿਵਲ ਕੋਰਟਸ, ਮਤਲਬ ਇਹਦੇ ਵਿੱਚ ਮੇਨ ਦੱਸਿਆ ਗਿਆ ਵੀ ਸਿਵਲ ਕੋਰਟਾਂ ਨੂੰ ਕਿੱਥੇ ਕਿੱਥੇ ਰੋਕਿਆ ਗਿਆ ਵੀ ਤੁਸੀਂ ਰੈਵਨਿਊ ਕੋਰਟਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ। ਮਤਲਬ
ਕਿੱਥੇ ਕਿਹੜੇ ਕੇਸਾਂ ਦੇ ਵਿੱਚ ਜਿਹੜੀ ਸਿਵਲ ਕੋਰਟ ਹੈ ਉਹ ਰੈਵਨਿਊ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ ਸਿਵਲ ਕੋਰਟ ਵੱਲੋਂ। ਇਸ ਸੈਕਸ਼ਨ ਦੇ ਵਿੱਚ ਕਲੀਅਰ ਕੀਤਾ ਗਿਆ 158 ਦੇ ਵਿੱਚ। ਅੱਗੇ ਕਲੌਜ਼ ਇਹਦੇ ਸਬ ਸੈਕਸ਼ਨ ਦਿੱਤੇ ਗਏ ਨੇ ਜਿੱਥੇ ਜਿਹੜੇ ਮਾਮਲੇ ਹੈਗੇ ਰੈਵਨਿਊ ਕੋਰਟ ਚੱਲਦੇ ਨੇ ਜਾਂ ਰੈਵਨਿਊ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਆ, ਉੱਥੇ ਸਿਵਲ ਕੋਰਟਾਂ ਵੱਲੋਂ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ। ਉਹ ਜਿਹੜੇ ਮਾਮਲੇ ਹੈ ਰੈਵਨਿਊ ਕੋਰਟ ਵਿੱਚ ਚੱਲਣਗੇ। ਇੱਥੇ ਅੱਗੇ ਨੇ ਥੋੜਾ ਐਕਸਪਲੇਨ ਕੀਤਾ ਵੀ ਇਦਾਂ ਦੇ ਕਿਹੜੇ ਕੇਸਿਸ ਹੈਗੇ ਨੇ, ਉਹ ਆਪਾਂ ਡਿਸਕਸ ਕਰਦੇ ਹਾਂ। ਐਕਸਕਲੂਜਨ of jurisdiction of the civil courts in the matters within the jurisdiction of the revenue officers। ਇੱਥੇ ਕਿਹਾ ਗਿਆ ਵੀ ਜਿਹੜੇ ਉਹ ਮੈਟਰ ਜਿਹੜੇ ਸਿਵਲ ਕੋਰਟ ਦੀ ਜਿਹੜੇ ਰੈਵਨਿਊ ਕੋਰਟ ਦੀ ਜੂਰਿਸਡਿਕਸ਼ਨ ਦੇ ਵਿੱਚ ਹੁੰਦੇ ਨੇ, ਇਸ ਐਕਟ ਦੇ ਤਹਿਤ ਉਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਸਿਵਲ ਕੋਰਟ ਹੈ ਉਹਦੀ ਜਿਹੜੀ ਜੂਰਿਸਡਿਕਸ਼ਨ ਨਹੀਂ ਹੁੰਦੀ, ਮਤਲਬ ਕਿ ਦਖਲਅੰਦਾਜ਼ੀ ਸਿਵਲ ਕੋਰਟ ਵੱਲੋਂ ਨਹੀਂ ਕੀਤੀ ਜਾਂਦੀ। ਇੱਦਾਂ ਦੇ ਕੇਸ ਕਿਹੜੇ ਨੇ? subsection 1 of section 158, subsection 1 ਕੀ ਕਿਹਾ ਗਿਆ ਜੀ? civil court shall not have jurisdiction in any matter which the state government or revenue officer is empowered by this act। ਵੀ ਇਦਾਂ ਦੇ ਸਾਰੇ ਕੇਸ ਜਿਹਦੇ ਵਿੱਚ ਸਟੇਟ ਗਵਰਨਮੈਂਟ ਵੱਲੋਂ ਰੈਵਨਿਊ ਆਫੀਸਰ ਨੂੰ ਪਾਵਰਾਂ ਦਿੱਤੀਆਂ ਗਈਆਂ ਹੋਣ ਇਸ ਐਕਟ ਦੇ ਤਹਿਤ ਟੂ ਡਿਸਪੋਜ਼ ਔਰ ਟੇਕ ਕੋਗਨੀਜੈਂਸ ਆਫ ਦਾ ਮੈਟਰ, ਉਸ ਮਾਮਲੇ ਨੂੰ ਨਿਬੇੜਨ ਦੀ ਖਾਤਰ ਜਾਂ ਪ੍ਰੋਸੀਡਿੰਗ ਚਲਾਉਣ ਦੀ ਖਾਤਰ, ਇਨ ਵਿਚ ਦਾ ਸਟੇਟ ਗਵਰਨਮੈਂਟ ਔਰ ਐਨੀ ਰੈਵਨਿਊ ਆਫੀਸਰ ਐਕਸਰਸਾਈਜ਼ਸ ਐਨੀ ਪਾਵਰਸ ਵੈਸਟਡ ਇਨ ਇਟ ਔਰ ਹਿਮ ਬਾਈ ਔਰ ਅੰਡਰ ਦਿਸ ਐਕਟ ਐਂਡ ਇਨ ਪਾਰਟੀਕੂਲਰ। ਵੀ ਜਿੱਥੇ ਕਿਤੇ ਇਸ ਐਕਟ ਦੇ ਤਹਿਤ ਗਵਰਨਮੈਂਟ ਵੱਲੋਂ ਰੈਵਨਿਊ ਆਫੀਸਰਸ ਨੂੰ ਪਾਵਰ ਦਿੱਤੀਆਂ ਗਈਆਂ ਨੇ ਪ੍ਰੋਸੀਡਿੰਗ ਸਟਾਰਟ ਕਰਨ ਦੀਆਂ ਜਾਂ ਮਾਮਲੇ ਨੂੰ ਨਿਬੇੜਨ ਦੀਆਂ, ਉੱਥੇ ਸਿਵਲ ਕੋਰਟ ਵੱਲੋਂ ਉਹਨਾਂ ਕੇਸਾਂ ਦੇ ਵਿੱਚ ਇੰਟਰਫੇਰੈਂਸ ਨਹੀਂ ਕੀਤੀ ਜਾਂਦੀ। ਸਬਸੈਕਸ਼ਨ 2 ਹੈ ਜੀ, ਸਿਵਲ ਕੋਰਟ ਸ਼ੈਲ ਨਾਟ ਐਕਸਰਸਾਈਜ਼ ਜੁਰਿਸਡਿਕਸ਼ਨ ਓਵਰ ਐਨੀ ਆਫ ਦਾ ਫੋਲੋਇੰਗ ਮੈਟਰਸ ਨੇਮਲੀ। ਅੱਗੇ ਸਬਸੈਕਸ਼ਨ 2 ਦੇ ਵਿੱਚ ਮੈਟਰਸ ਦੇ ਨਾਮ ਦੱਸ ਦਿੱਤੇ ਕਿਹੜੇ ਕਿਹੜੇ ਮਾਮਲੇ ਹੈਗੇ ਆ ਜਿੱਥੇ ਸਿਵਲ ਕੋਰਟ ਹੈ ਜਿਹੜੀ ਹੈਗੀ ਆ ਉਹ ਉਹਨਾਂ ਦਾ ਜੁਰਿਸਡਿਕਸ਼ਨ ਨਹੀਂ ਹੁੰਦੀ ਸਿਵਲ ਕੋਰਟ ਦੀ। ਸਬਸੈਕਸ਼ਨ 2 ਦਾ clause 1, any question at the limits of any land। ਦੇਖੋ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਕੋਈ ਕੁਐਸਚਨ ਹੈਗਾ, ਠੀਕ ਹੈ, ਉਹਦੇ ਵਿੱਚ ਜਿਹੜੀ ਸਿਵਲ ਕੋਰਟ ਦੀ ਜਿਹੜੀ ਜੁਰਿਸਡਿਕਸ਼ਨ ਹੈ ਉਹ ਨਹੀਂ ਹੁੰਦੀ। any question as to the limits of any land which has been defined by revenue officer, revenue officer ਨੇ ਡਿਫਾਈਨ ਕਰਨਾ ਹੁੰਦਾ ਹੈ। ਆਪਾਂ ਪੜ੍ਹ ਕੇ ਗਏ ਸੀ ਬਾਉਂਡਰੀਜ਼ ਦਾ ਚੈਪਟਰ ਪੜ੍ਹਿਆ ਸੀਗਾ, ਸੈਕਸ਼ਨ ਚੈਪਟਰ ਸ਼ਾਇਦ 4 ਸੀਗਾ, ਕਿਹੜਾ ਸੀਗਾ, ਜਿੱਥੇ ਬਾਉਂਡਰੀਜ਼ ਲਿਮਿਟਸ ਐਂਡ ਬਾਉਂਡਰੀਜ਼ ਲਿਖਿਆ ਸੀਗਾ। ਉਹਦੇ ਤਹਿਤ ਰੈਵਨਿਊ ਆਫੀਸਰ ਨੇ ਜੇ ਕਿਸੇ ਖੇਤ ਦੀ ਨਿਸ਼ਾਨਦੇਹੀ ਦਾ ਕੋਈ ਡਿਸਪਿਊਟ ਹੈ ਰੈਵਨਿਊ ਆਫਿਸਰ ਵੱਲੋਂ ਕੀਤਾ ਜਾਂਦਾ ਹੈ, there will be no jurisdiction of the civil court। then clause 2 subsection 2 ਦੀ clause 2, any claim to compel the performance of the any duties imposed by this act or any other enactment for the time being in force on any revenue officer as such। revenue officer ਦੀ ਕੋਈ ਡਿਊਟੀ ਹੈ ਉਹਨੇ ਪਰਫਾਰਮ ਕਰਨੀ ਹੈ, ਠੀਕ ਹੈ, ਇਸ ਐਕਟ ਦੇ ਤਹਿਤ ਉਹਦੇ ਵਿੱਚ ਵੀ ਜਿਹੜਾ ਹੈਗਾ ਕੋਈ ਬੰਦਾ ਕਲੇਮ ਕਰਦਾ ਸਿਵਲ ਕੋਰਟ ਜਾ ਕੇ, he cannot claim in the civil court। revenue officer ਦੀ ਜਿਹੜੀ ਡਿਊਟੀ ਹੈ ਉਸਨੇ ਆਪਣੀ ਡਿਊਟੀ ਕਰਨੀ ਹੈ, ਇਸ ਐਕਟ ਦੇ ਤਹਿਤ ਪ੍ਰੋਵਾਈਡ ਕੀਤੀ ਗਈ ਹੈ। ਤੇ ਸਿਵਲ ਕੋਰਟ ਜਾ ਕੇ ਕੋਈ ਵਿਅਕਤੀ ਜੇ ਕਲੇਮ ਕਰਦਾ ਵੀ ਨਹੀਂ ਤਾਂ ਉਹ ਕਲੇਮ ਨਹੀਂ ਕਰ ਸਕਦਾ। any claim to the office of Kanogo, any claim to the office of Kanogo village officer or in respect of any injury caused by exclusion from such office or to compel the performance of the duties or the division of the emoluments thereof। ਪਟਵਾਰੀ ਹਲਕਾ ਵੱਲੋਂ ਕਾਨਗੋ ਹਲਕਾ ਵੱਲੋਂ ਕੋਈ ਕੰਮ ਕੀਤਾ ਜਾਂਦਾ ਹੈ, ਠੀਕ ਹੈ ਜੀ, ਤੇ ਉਸ ਕੰਮ ਨੂੰ ਰੋਕਣ ਦੀ ਖਾਤਰ ਜਦੋਂ ਉਸਨੇ ਰੈਵਨਿਊ ਐਕਟ ਦੇ ਤਹਿਤ, ਲੈਂਡ ਰੈਵਨਿਊ ਐਕਟ ਦੇ ਤਹਿਤ ਜਾਂ ਲੈਂਡ ਰਿਕਾਰਡ ਮੈਨੂਅਲ ਦੇ ਤਹਿਤ ਕੋਈ ਕੰਮ ਪਟਵਾਰੀ ਹਲਕਾ ਵੱਲੋਂ ਕੀਤਾ ਜਾਂਦਾ ਹੈ, ਉਸ ਕੰਮ ਨੂੰ ਰੋਕਣ ਦੀ ਖਾਤਰ ਕੋਈ ਵਿਅਕਤੀ ਸਿਵਲ ਕੋਰਟ ਜਾ ਕੇ ਕਲੇਮ ਨਹੀਂ ਕਰ ਸਕਦਾ ਵੀ ਇਹ ਕੰਮ ਨਹੀਂ ਕਰ ਸਕਦੇ ਪਟਵਾਰੀ ਹਲਕਾ ਜਾਂ ਕਾਨੂੰਗੋ ਹਲਕਾ। ਜਿਹੜੀ ਆਪਣੀ ਡਿਊਟੀ ਨਿਭਾ ਰਹੇ ਨੇ ਉਹਨਾਂ ਦੀ ਡਿਊਟੀਆਂ ਨੂੰ ਰੋਕਿਆ ਨਹੀਂ ਜਾ ਸਕਦਾ ਕਿਸੇ ਵਿਅਕਤੀ ਵੱਲੋਂ ਸਿਵਲ ਕੋਰਟ ਜਾ ਕੇ। then clause 4, any notification
डायरेक्टिंग द मेकिंग और रिविजन ऑफ द रिकॉर्ड ऑफ राइट्स। सरकार कोई नोटिफिकेशन जारी करती है, स्पैशली तौर पर किसी पिंड की जमाबंदी की जी रिविजन होनी बनती है, की जानी सरकार वालों टाइम तो भी पहला सरकार करना चाहती है। देखो 5 साल बाद जमाबंदी बनती है, पर इन बिटवीन कितने सरकार की कोई जमाबंदी सरकार को लगे, या जमाबंदी कितने गुम जे खड़ जे किसी कारण कोई ਜਾਂ ਇੰਨੇ ਇੰਤਕਾਲ ਹੋ ਜਾਣ ਕਿ ਜਿਹੜੀ ਜਮਾਬੰਦੀ ਦੀ ਸ਼ਕਲ ਹੀ ਖਤਮ ਹੋ ਜਾਵੇ, ਤੇ ਸਰਕਾਰ ਨੂੰ ਲੱਗੇ ਵੀ ਆਪਣੇ ਰੈਵਨਿਊ ਅਥਾਰਟੀ ਦੇ ਰਾਹੀਂ ਪਟਵਾਰੀ ਹਲਕਾ ਦੀ ਰਿਪੋਰਟ, ਕਾਨੂੰਗੋ ਹਲਕਾ ਦੀ ਰਿਪੋਰਟ, ਤਹਿਸੀਲਦਾਰ ਦੀ ਰਿਪੋਰਟ ਦੇ ਆਧਾਰ ਦੇ ਉੱਪਰ ਜਦੋਂ ਸਰਕਾਰ ਕੋਈ ਆਰਡਰ ਕਰਦੀ ਹੈ ਵੀ ਹਾਂ ਇਹ ਜਮਾਬੰਦੀ ਤੁਸੀਂ ਅਜੇ ਤਾਂ 3 ਸਾਲ ਪਏ ਨੇ, ਤੁਸੀਂ ਪਹਿਲਾਂ ਹੀ ਇਸ ਨੂੰ ਦੁਬਾਰਾ ਤਿਆਰ ਕਰੋ, ਇੱਦਾਂ ਦਾ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਕੀਤਾ ਜਾਂਦਾ ਹੈ, ਤਾਂ ਉਸ ਨੋਟੀਫਿਕੇਸ਼ਨ ਨੂੰ ਕੋਈ ਬੰਦਾ ਜਾ ਕੇ ਕੋਰਟ ਦੇ ਚੈਲੰਜ ਨਹੀਂ ਕਰ ਸਕਦਾ ਵੀ ਤੁਸੀਂ ਜਮਾਬੰਦੀ ਰਿਵਾਈਜ਼ ਨਹੀਂ ਕਰ ਸਕਦੇ। ਠੀਕ ਹੈ ਜੀ, ਸਿਵਲ ਕੋਰਟ ਇੱਥੇ ਦਖਲਅੰਦਾਜ਼ੀ ਨਹੀਂ ਕਰੇਗੀ। Then clause 5 हैगा the framing of a record of rights और annual record of rights बन रहा है, ਜਾਂ कोई annual record बन रहा है, जिनके कि इंतकाल किए जा रहे हैं पटवारी हल्का वालों, जमाबंदी बनती है, गिरदौरी बनती है जी, और the preparation, signing और attestation of any of the documents included in such a record। उस रिकॉर्ड ਦੇ ਵਿੱਚ ਕੋਈ ਡਾਕੂਮੈਂਟ ਜਿਹੜੇ ਹੈਗੇ ਨੇ ਉਹ ਇਨਕਲੂਡ ਕੀਤੇ ਜਾਂਦੇ ਨੇ, ਤੇ ਅਜਿਹੇ ਮਾਮਲਿਆਂ ਦੇ ਵਿੱਚ ਵੀ ਜਿਹੜੀ ਸਿਵਲ ਕੋਰਟ ਦੀ ਜੁਰਿਸਡਿਕਸ਼ਨ ਨਹੀਂ ਹੁੰਦੀ। ਅੱਗੇ ਸਬ ਕਲੌਜ਼ 6 ਦ ਕਰੈਕਸ਼ਨ ਆਫ ਐਨੀ ਐਂਟਰੀ ਇਨ ਏ ਰਿਕਾਰਡ ਆਫ ਰਾਈਟਸ। ਜਮਾਬੰਦੀ ਦੇ ਵਿੱਚ ਜਾਂ ਇੰਤਕਾਲ ਦੇ ਵਿੱਚ, ਐਨੂਅਲ ਰਿਕਾਰਡ ਦੇ ਵਿੱਚ, ਇੰਤਕਾਲ ਰਜਿਸਟਰ ਦੇ ਵਿੱਚ ਕੋਈ ਅਸੀਂ ਕਰੈਕਸ਼ਨ ਕੀਤੀ ਜਾਣੀ ਸਾਡੇ ਵੱਲੋਂ, ਰੈਵਨਿਊ ਅਮਲੇ ਵੱਲੋਂ, ਰੈਵਨਿਊ डिपार्टमेंट वालों कोई करैक्शन की जाती है, then सिविल कोर्ट हैज़ नो जुरिसडिक्शन। सिविल कोर्ट उसनों ਉਹਦੇ ਤੇ कोई रुकावट नहीं कर सकती। then 7 क्लॉज 7 की है जी, एनी नोटिफिकेशन, सरकार कोई नोटिफिकेशन करती है, गवर्नमेंट वालों कोई नोटिफिकेशन किया जाता है काहदे रिगार्डिंग ऑफ द अंडरटेकिंग ऑफ द जनरल रीअसैसमेंट। सरकार कहती है कोई दोबारा रीअसैसमेंट की जाए इस पार्टिकुलर एरिए की, किते फ्लड आ गया, जमीन खराब हो गई, या दरिया ने खराब कर दी, या किते ज़्यादा डिवेलपमेंट हो गई, उस पर्टिकुलर एरिया ਨੂੰ सरकार ਦੀ ਸੈਂਕਸ਼ਨ ਦੇ ਨਾਲ ਸਟੇਟ ਗਵਰਨਮੈਂਟ ਦੀ ਸੈਂਕਸ਼ਨ ਦੇ ਨਾਲ ਕੋਈ ਦੁਬਾਰਾ ਰੀਅਸੈਸਮੈਂਟ ਹੁੰਦੀ ਹੈ, ਤਾਂ ਉਸ ਅਸੈਸਮੈਂਟ ਨੂੰ ਸਿਵਲ ਕੋਰਟ ਜੇ ਕਹੇ, ਜੇ ਕੋਈ ਬੰਦਾ ਸਿਵਲ ਕੋਰਟ ਜਾਵੇ ਵੀ ਨਹੀਂ ਜੀ ਇਹ ਨਹੀਂ ਹੋਣੀ ਚਾਹੀਦੀ, ਤਾਂ ਸਿਵਲ ਕੋਰਟ ਇੱਥੇ ਜੁਰਿਸਡਿਕਸ਼ਨ ਸਿਵਲ ਕੋਰਟ ਦੀ ਨਹੀਂ ਮੰਨਦੀ। ਠੀਕ ਹੈ ਜੀ। ਦੈਨ क्लॉज 8 द क्लेम ऑफ एनी पर्सन, कोई व्यक्ति क्लेम करता है टू बी लाइबल फॉर एन असेसमेंट ऑफ लैंड रेवेन्यू और एनी अदर रेवेन्यू असेस्ड। कोई लैंड रेवेन्यू किसी लैंड का लैंड रेवेन्यू असेस किया गया है, ठीक है। कोई व्यक्ति क्लेम करता है नहीं जी मेरा गलत हो गया, मेरा ठीक हो गया, मेरी जमीन की कीमत घट पै गई, वध पै गई, मामला मैंने ज़्यादा लगाता, या कोई बंदा कहता भी घट लगाता, ਤਾਂ ਜਿਹੜੇ ਇੱਦਾਂ ਦੇ ਜਿਹੜੇ ਕਲੇਮ ਨੇ, ਕੋਈ ਬੰਦਾ ਜਿਹੜਾ ਕਲੇਮ ਕਰਦਾ ਉਹ ਸਿਵਲ ਕੋਰਟ ਨਹੀਂ ਜਾ ਪਾਏਗਾ, ਉਹ ਰੈਵਨਿਊ ਕੋਰਟਾਂ ਵਿੱਚ ਹੀ ਅੱਗੇ ਜਿਹੜੀਆਂ ਅਪੀਲਸ ਹੈਗੀਆਂ ਨੇ, ਜੇ ਕਿਤੇ ਹੈਗੀਆਂ ਨੇ ਤਾਂ ਰੈਵਨਿਊ ਕੋਰਟ ਦੇ ਵਿੱਚ ਜਾ ਕੇ ਉਹ ਕਰ ਸਕਦਾ, ਆਪਣਾ ਕਲੇਮ ਕਰ ਸਕਦਾ ਹੈ, ਪਰ ਸਿਵਲ ਕੋਰਟ ਜਾ ਕੇ ਕਲੇਮ ਨਹੀਂ ਕਰ ਸਕਦਾ। ਕਲੌਜ਼ 9 ਹੈ ਜੀ, ਅਮਾਊਂਟ ਆਫ ਲੈਂਡ ਰੈਵਨਿਊ ਟੂ ਬੀ ਅਸੈਸਡ। ਜੋ ਲੈਂਡ ਰੈਵਨਿਊ ਅਸੈਸ ਹੋ ਗਿਆ ਉਹਦੀ ਅਮਾਊਂਟ ਨੂੰ ਲੈ ਕੇ ਔਨ ਐਨੀ ਅਸਟੇਟ, ਕਿਸੇ ਪਾਰਟੀਕੂਲਰ ਲੈਂਡ ਦੇ ਉੱਪਰ, ਕਿਸੇ ਜ਼ਮੀਨ ਦੇ ਉੱਪਰ, ਕਿਸੇ ਟੁਕੜੇ ਦੇ ਉੱਪਰ, ਕਿਸੇ ਖੇਵੜ ਦੇ ਉੱਪਰ, और to be paid in respect of any holding under this act। जे कोई किसी पार्टिकुलर खेवट ਨੂੰ ਅਸੈਸਮੈਂਟ ਕਰਕੇ ਕੋਈ ਮਾਮਲਾ ਲਗਾ ਦਿੱਤਾ ਰੈਵਨਿਊ ਅਧਿਕਾਰੀਆਂ ਨੇ, ਰੈਵਨਿਊ ਏਜੰਸੀ ਨੇ, ਤਾਂ ਉਸ ਦੀ ਉਹਨੂੰ ਚੈਲੰਜ ਨਹੀਂ ਕਰ ਸਕਦਾ ਸਿਵਲ ਕੋਰਟ ਜਾ ਕੇ ਕੋਈ ਵੀ ਵਿਅਕਤੀ। ਠੀਕ ਹੈ ਜੀ। ਅੱਗੇ ਹੈਗਾ ਕਲੌਜ਼ 10 ਦ ਅਮਾਊਂਟ ਔਰ ਦ ਲਾਇਬਿਲਿਟੀ ਆਫ ਐਨੀ ਪਰਸਨ ਟੂ ਪੇ। किसी व्यक्ति की कोई लाइबिलिटी है, उन्हें पे करना है, जिवें लैंड रेवन्यू पे करना है, या कोई होर रकम अदा करनी है, पे करनी है, उसकी कोई लाइबिलिटी बनती है किसी अमाउंट अदा करने की। एनी अदर रेवन्यू टू बी असैस्ड अंडर दिस एक्ट, कोई होर मामला हैगा, कोई होर लैंड रेवन्यू हैगा इस एक्ट के तहत असैस होया हुआ, और एनी सैस या कोई सैस है पिंड की, जिवें आप पिछे पढ़ के गए हाँ, कोई सैस की लिस्ट बन गई, सरकार ने कोई लिस्ट बनाती पिंड के किहड़े व्यक्ति तो किन्नी किन्नी सैस ली जानी है, चार्ज और रेट टू बी असैस्ड, कोई चार्ज लगाए हैं सरकार ने, रेवन्यू डिपार्टमेंट ने, एजेंसी ने ऑन द एस्टेट, किसी भी खेवड़ के उपर, किसी पिंड की खेवड़ के उपर, किसी पिंड के उपर होल्डिंग अंडर दिस एक्ट, इस एक्ट के तहत, और एनी अदर एनैक्टमेंट या कोई होर जिहड़ा रूल्स बने हुए हैं
ਸਰਕਾਰ ਵੱਲੋਂ ਉਹਨਾਂ ਐਕਟਾਂ ਦੇ ਤਹਿਤ ਕੋਈ ਇਦਾਂ ਦੀਆਂ ਅਮਾਊਂਟਸ ਜਿਹੜੀਆਂ ਫਿਕਸ ਕੀਤੀਆਂ ਜਾਂਦੀਆਂ ਨੇ ਕਿਸੇ ਵੀ ਵਿਅਕਤੀ ਦੇ ਲਈ, ਕਿਸੇ ਖੇਡ ਦੇ ਲਈ, ਕਿਸੇ ਪਿੰਡ ਲਈ, ਇਹਨਾਂ ਚੀਜ਼ਾਂ ਨੂੰ ਜਾ ਕੇ ਜਿਹੜਾ ਹੈਗਾ ਕੋਈ ਵੀ ਵਿਅਕਤੀ ਸਿਵਲ ਕੋਰਟ ਜਾ ਕੇ ਚੈਲੰਜ ਨਹੀਂ ਕਰ ਸਕਦਾ। ਰੈਵਨਿਊ ਕੋਰਟ ਦੇ ਵਿੱਚ ਹੀ ਅੱਗੇ ਜਿਹੜੀਆਂ ਅਪੀਲ ਦੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਉਹਨਾਂ ਦੇ ਅਗੇਂਸਟ ਉਹ ਰੈਵਨਿਊ ਕੋਰਟ ਜਾ ਸਕਦਾ, ਪਰ ਸਿਵਲ ਕੋਰਟ 'ਚ ਨਹੀਂ ਜਾ ਪਾਏਗਾ। ਦੈਨ ਹੈਗਾ ਜੀ ਕਲੌਜ਼ 11। ਕਲੌਜ਼ 11 'ਚ ਕੀ ਹੈ ਜੀ? ਐਨੀ ਕਲੇਮ relating to the allowance to be received by landowner। landowner ਨੂੰ ਕੋਈ allowance ਮਿਲਣਾ ਹੈ ਕਿਸੇ ਕਾਰਨ, who has given notice of his refusal to be liable for an assessment or any claim connected with or arising out of any proceedings taken in consequence of the refusal of any person to be liable for an assessment under this act। ਉਹ ਇਹਦੇ ਵਿੱਚ ਕਿਹਾ ਗਿਆ ਵੀ ਜਦੋਂ ਕੋਈ ਅਸੈਸਮੈਂਟ ਹੁੰਦੀ ਹੈ, ਵਿਅਕਤੀ ਨੂੰ ਦੱਸਿਆ ਜਾਂਦਾ ਵੀ ਅਸੈਸਮੈਂਟ ਹੋਣੀ ਹੈ, ਕੋਈ ਬੰਦਾ ਰਿਫਿਊਜ਼ ਕਰਦਾ ਜਾਂ ਕੋਰਟ 'ਚ ਨਹੀਂ ਆਉਂਦਾ ਜਾਂ ਪੇਸ਼ ਨਹੀਂ ਹੁੰਦਾ ਜਾਂ ਆਪਦੇ ਪੱਖ ਨਹੀਂ ਦੱਸਦਾ, ਆਪਦੇ ਕਲੇਮ ਨਹੀਂ ਕਰਦਾ ਸਮੇਂ ਤੱਕ ਰੈਵਨਿਊ ਕੋਰਟ ਦੇ ਵਿੱਚ, ਤਾਂ ਉਹ ਸਿਵਲ ਕੋਰਟ ਦੇ ਵਿੱਚ ਨਹੀਂ ਜਾ ਪਾਏਗਾ। ਦੈਨ ਹੈਗਾ ਜੀ ਕਲੌਜ਼ 12, ਦ ਫਾਰਮੇਸ਼ਨ ਆਫ ਐਨ estate ਆਊਟ ਆਫ ਦ ਵੇਸਟ ਲੈਂਡ। ਇੱਥੇ ਕਿਹਾ ਗਿਆ ਕੋਈ ਨਵੀਂ estate, ਕੋਈ ਨਵੀਂ ਖੇਡ ਤਿਆਰ ਕਰਦੇ ਹਾਂ ਅਸੀਂ, ਕੋਈ ਵੇਸਟ ਲੈਂਡ ਤੋਂ ਸਰਕਾਰ ਨੇ ਕੋਈ ਲੈਂਡ ਪਈ ਸੀਗੀ, ਫੋਰੈਸਟ ਦੀ ਕੋਈ ਲੈਂਡ ਪਈ ਸੀਗੀ, ਪਹਿਲਾਂ ਵੇਸਟ ਸੀਗੀ, ਤੇ ਸਰਕਾਰ ਨੇ ਉਹ ਜਿਹੜੀ ਲੈਂਡ ਹੈ ਸਾਫ਼ ਕਰਕੇ, ਸਾਫ਼ ਸੁਥਰੀ ਕਰਕੇ ਕਿਸੇ ਨੂੰ ਅਲਾਟ ਕਰ ਦਿੱਤੀ, ਠੀਕ ਹੈ। ਤਾਂ ਉਹਦੇ ਅਗੇਂਸਟ ਵੀ ਕੋਈ ਵਿਅਕਤੀ ਜਿਹੜਾ ਹੈਗਾ ਵੇਸਟ ਲੈਂਡ ਨੂੰ ਜੇ ਸਰਕਾਰ ਕਿਸੇ ਨੂੰ ਅਲਾਟ ਕਰਦੀ ਹੈ, ਉਹ ਕਰਦੀ ਹੈ, ਜਾਂ ਉਸ ਦੀ ਫਾਰਮੇਸ਼ਨ ਤਿਆਰ ਕਰਦੀ ਹੈ, ਉਸਦੀ ਤਿਆਰ ਕਰਕੇ ਕਿਸੇ ਨੂੰ ਅਲਾਟ ਕਰਦੀ ਹੈ, ਤਾਂ ਕੋਈ ਵੀ ਵਿਅਕਤੀ ਜਾ ਕੇ ਸਿਵਲ ਕੋਰਟ ਦੇ ਵਿੱਚ ਮੁਕੱਦਮਾ ਨਹੀਂ ਕਰ ਸਕਦਾ। ਦੈਨ ਸੈਕਸ਼ਨ 13, ਕਲੌਜ਼ 13 ਸੌਰੀ, ਐਨੀ ਕਲੇਮ ਟੂ ਹੋਲਡ free of revenue any land, mills, fisheries or natural products of land or water। ਹੁਣ ਕਿਸੇ ਖੇਤ ਦੇ ਵਿੱਚ ਕੋਈ ਨੈਚੁਰਲ ਪ੍ਰੋਡਕਟ ਨਿਕਲ ਗਏ, ਕਿਤੇ ਕੋਈ ਸੋਨੇ ਦੀ ਖਾਨ, ਕੋਈ ਕੋਲੇ ਦੀ ਖਾਨ, ਕੋਈ ਤੇਲ ਨਿਕਲ ਗਿਆ, ਠੀਕ ਹੈ, ਉੱਥੇ ਕੀ ਹੈ, ਸਰਕਾਰ ਦੇ ਰਾਈਟਸ ਪੈਦਾ ਹੋ ਜਾਂਦੇ ਨੇ, ਸਰਕਾਰ ਦੇ ਆਪਣੇ ਆਪ ਹੀ ਗਵਰਨਮੈਂਟ ਦੇ ਰਾਈਟਸ ਬਣ ਜਾਂਦੇ ਨੇ। ਕੋਈ ਵਿਅਕਤੀ ਕਹੇ ਜਾ ਕੇ ਕਹੇ ਵੀ ਇਹ ਤਾਂ ਜੀ ਮੇਰਾ ਖੇਤ ਹੈ, ਸਰਕਾਰ ਦੀ ਇੱਥੇ ਦਖਲਅੰਦਾਜ਼ੀ ਕਿਉਂ ਹੈ, ਠੀਕ ਹੈ। ਪਰ ਇਸ ਐਕਟ ਦੇ ਵਿੱਚ ਕੀ ਹੈਗਾ, ਸਰਕਾਰ ਦਾ ਕਬਜ਼ਾ ਹੋ ਜਾਂਦਾ ਉਸ ਪਾਰਟੀਕੂਲਰ ਲੈਂਡ ਦੇ ਉੱਪਰ। ਕੋਈ ਵੀ ਵਿਅਕਤੀ ਅਜਿਹੇ ਕੇਸਾਂ 'ਚ ਜਿੱਥੇ ਸਰਕਾਰ ਆਪਣੀ ਦਖਲਅੰਦਾਜ਼ੀ ਕਰਦੀ ਹੈ, ਇੱਦਾਂ ਦੇ ਮਾਮਲਿਆਂ ਦੇ ਵਿੱਚ ਤਾਂ ਕੋਈ ਵਿਅਕਤੀ ਸਿਵਲ ਕੋਰਟ ਜਾ ਕੇ ਚੈਲੰਜ ਨਹੀਂ ਕਰ ਸਕਦਾ। ਦੈਨ ਹੈ ਜੀ 14, ਕਲੌਜ਼ 14, ਐਨੀ ਕਲੇਮ ਕਨੈਕਟਡ ਵਿਦ ਦਾ ਔਰ ਅਰਾਈਜ਼ਿੰਗ ਆਊਟ ਆਫ ਦ ਕਲੈਕਸ਼ਨ ਬਾਈ ਦਾ ਗਵਰਨਮੈਂਟ ਕੋਈ ਕਲੈਕਸ਼ਨ ਕਰ ਰਹੀ ਹੈ, ਉਸ ਕਲੈਕਸ਼ਨ ਨੂੰ ਲੈ ਕੇ ਕੋਈ ਬੰਦਾ ਕਲੇਮ ਕਰਦਾ ਹੈ, ਮੇਰੀ ਘੱਟ ਬਣਦੀ ਹੈ, ਮੇਰੀ ਵੱਧ ਬਣਦੀ ਹੈ, ਔਰ ਦਾ ਇਨਫੋਰਸਮੈਂਟ ਆਫ ਬਾਈ ਦਾ ਗਵਰਨਮੈਂਟ ਆਫ ਐਨੀ ਪ੍ਰੋਸੈਸ, ਜਾਂ ਸਰਕਾਰ ਵੱਲੋਂ ਕੋਈ ਇਨਫੋਰਸਮੈਂਟ, ਕੋਈ ਰਿਕਵਰੀ ਦਾ ਪ੍ਰੋਸੈਸ ਅਡਾਪਟ ਕੀਤਾ ਜਾਂਦਾ ਹੈ। ਰਿਕਵਰੀ ਦਾ ਪ੍ਰੋਸੈਸ ਕਿਵੇਂ? ਜਿਵੇਂ ਆਪਾਂ ਪੜ੍ਹੇ ਸੀ ਸੈਕਸ਼ਨ 60 ਤੋਂ ਲੈ ਕੇ ਸੈਕਸ਼ਨ 90 ਤੱਕ ਜਿਹੜੇ ਪ੍ਰੋਸੈਸ ਨੇ ਉਹ ਰਿਕਵਰੀ ਹੈਗੀ ਹੈ, ਰਿਕਵਰੀ ਦੇ ਪ੍ਰੋਸੈਸ ਨੇ। ਉਸ ਪ੍ਰੋਸੈਸ ਦੇ ਤਹਿਤ ਬਹੁਤ ਸਾਰੇ ਅਲੱਗ-ਅਲੱਗ ਸੈਕਸ਼ਨਸ ਹੈਗੇ ਹੈ, ਜਿਹਦੇ ਤਹਿਤ ਅਸੀਂ ਅਟੈਚਮੈਂਟ ਵੀ ਕਰ ਸਕਦੇ ਹਾਂ, ਬੋਲੀ ਵੀ ਕਰ ਸਕਦੇ ਹਾਂ, ਅਰੈਸਟ ਵੀ ਕਰ ਸਕਦੇ ਹਾਂ, ਖੜੀ ਫਸਲ ਵੀ ਵੇਚ ਸਕਦੇ ਹਾਂ, ਠੀਕ ਹੈ ਜੀ। ਉਸ ਪ੍ਰੋਸੈਸਿਸ ਨੂੰ ਕੋਈ ਵਿਅਕਤੀ ਜੇ ਚਾਹੇ ਤਾਂ ਸਿਵਲ ਕੋਰਟ ਜਾ ਕੇ ਚੈਲੰਜ ਨਹੀਂ ਕਰ ਸਕਦਾ। ਜਿਹੜਾ ਵੀ ਪ੍ਰੋਸੈਸ ਅਸੀਂ ਰਿਕਵਰੀ ਦੇ ਲਈ ਅਡਾਪਟ ਕਰਦੇ ਹਾਂ ਇਸ ਐਕਟ ਦੇ ਤਹਿਤ, ਕੋਈ ਵਿਅਕਤੀ ਜਾ ਕੇ ਸਿਵਲ ਕੋਰਟ ਦੇ ਵਿੱਚ ਦਖਲਅੰਦਾਜ਼ੀ ਕੀ ਚੈਲੰਜ ਨਹੀਂ ਕਰ ਸਕਦਾ ਸਾਰੇ ਉਸ ਪ੍ਰੋਸੈਸ ਨੂੰ। ਦੈਨ 15, ਕਲੌਜ਼ 15, ਐਨੀ ਕਲੇਮ ਟੂ ਸੈਟ ਅਸਾਈਡ on any ground other than fraud ਨੂੰ ਛੱਡ ਕੇ, ਜੇ ਕਿਤੇ ਫਰਾਡ ਦੀ ਗੱਲ ਆਉਂਦੀ ਹੈ ਤਾਂ ਸਿਵਲ ਕੋਰਟ ਜਾਇਆ ਜਾ ਸਕਦਾ ਹੈ ਐਜ਼ ਏ ਕ੍ਰਿਮੀਨਲ ਕੇਸ। ਐਨੀ ਕਲੇਮ ਟੂ ਸੈਟ ਅਸਾਈਡ on any ground other than fraud, a sale for the recovery of an arrears। ਕਿਸੇ ਲੈਂਡਰ ਦੀ ਰਿਕਵਰੀ ਦੀ ਖਾਤਰ ਕੋਈ ਪ੍ਰਾਪਰਟੀ ਸੇਲ ਕੀਤੀ ਜਾ ਰਹੀ ਹੈ ਰੈਵਨਿਊ ਏਜੰਸੀ ਵੱਲੋਂ, ਜਿਹਦਾ ਕਿਤੇ ਫਰਾਡ ਹੋਇਆ ਹੈ ਉਹਦੇ ਵਿੱਚ, ਫਿਰ ਦੈਨ ਹੀ ਕੈਨ ਸਿਵਲ ਕੋਰਟ ਕੈਨ ਹੈ ਦਾ ਜੁਰਿਸਡਿਕਸ਼ਨ, ਸਿਵਲ ਕੋਰਟ 'ਚ ਫਿਰ ਤਾਂ ਜਾ ਸਕਦਾ ਹੈ ਬੰਦਾ। ਪਰ ਜੇ ਕਿਤੇ ਫਰਾਡ ਦੀ ਗੱਲ ਨਹੀਂ ਹੈਗੀ, ਦੈਨ ਕੋਈ ਵੀ ਵਿਅਕਤੀ ਉਸ ਸੇਲ ਨੂੰ ਸਿਵਲ ਕੋਰਟ ਜਾ ਕੇ ਚੈਲੰਜ ਨਹੀਂ ਕਰ ਸਕਦਾ। ਰੈਵਨਿਊ ਅਥਾਰਟੀ ਕੋਲੇ, ਕਮਿਸ਼ਨਰ ਕੋਲੇ ਪਾਵਰ ਹੈਗੀ ਹੈ, ਕਮਿਸ਼ਨਰ ਦੀ ਕੋਰਟ ਜਾ ਕੇ ਉਹ ਵਿਅਕਤੀ ਆਪਣੀ ਐਪਲੀਕੇਸ਼ਨ ਦੇ ਸਕਦਾ ਵੀ ਜਿਹੜੀ ਸੇਲ ਹੈ ਇਹ ਪ੍ਰੋਪਰ ਢੰਗ ਦੇ ਨਾਲ, ਪ੍ਰੋਪਰ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਗਿਆ, ਗਲਤ ਤਰੀਕੇ ਨਾਲ ਸੇਲ ਹੋਈ ਹੈ, ਵਿਅਕਤੀਆਂ ਅੰਦਰ ਖਾਤੇ ਸੇਲ ਹੋਈ ਹੈ, ਅਸਲ ਸਾਨੂੰ ਤਾਂ ਪਤਾ ਨਹੀਂ ਚੱਲਿਆ, ਮਨਾਦੀ ਨਹੀਂ ਪ੍ਰੋਪਰ ਹੋਈ, ਜਾਂ ਕੋਈ ਵੀ ਗੱਲ ਨੂੰ ਲੈ ਕੇ ਉਹ ਜਿਹੜਾ ਹੈਗਾ ਆਪਦਾ ਜਿਹੜਾ ਕਲੇਮ ਹੈ ਰੈਵਨਿਊ ਕੋਰਟ 'ਚ ਕਰ ਸਕਦਾ ਹੈ, ਪਰ ਸਿਵਲ ਕੋਰਟ 'ਚ ਨਹੀਂ ਕਰ ਸਕਦਾ।
फिर हैगा जी 16 क्लॉज 16 द अमाउंट और द लाइबिलिटी ऑफ एनी पर्सन टू पे एनी फी फाइन कॉस्ट रेवन्यू ऑफिसर वालों कोई फी लगाई जाती है कोई फाइन लगाया जाता है कोई कॉस्ट पे की है लगा दी जाती है इस एक्ट के तहत किसी बंदे को लगा दी जाती है इंपोज किया जाता है वो व्यक्ति जी हैगी है सिविल कोर्ट जाके उसनों चैलेंज नहीं की जा सकती। अगे क्लॉज 17 चाहिए एनी क्लेम फॉर द पार्टीशन ऑफ एन स्टेट जिथे पार्टीशन की गल आ गई क्वेश्चन ऑफ टाइटल की गल आ जाती है मोड ऑफ पार्टीशन की गल आ जाती है ये भी ਜਿਹੜੇ मामले हैगे ने ਜਿਹੜੇ ਹੈਗੇ ਨੇ ਦੀਵਾਨੀ ਜਿਹੜੀ ਅਦਾਲਤ ਹੈ ਉਹਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੇ ਰੈਵਨਿਊ ਕੋਰਟ ਦੀਆਂ ਜਿਹੜੀਆਂ ਏਜੰਸੀਆਂ ਨੇ ਉੱਥੇ ਹੀ ਬੰਦਾ ਜਾ ਕੇ ਆਪਦਾ ਕੋਈ ਕਲੇਮ ਉੱਪਰੀ ਅਦਾਲਤਾਂ 'ਚ ਕਰ ਸਕਦਾ ਰੈਵਨਿਊ ਕੋਰਟ ਦੇ ਵਿੱਚ। ਨੈਕਸਟ ਹੈ ਜੀ ਸੈਕਸ਼ਨ ਕਲੌਜ਼ 18 ਕਿ ਐਨੀ ਕੁਐਸਚਨ ਐਜ਼ ਅਲਾਟਮੈਂਟ ਆਫ ਦ ਲੈਂਡ ਔਨ ਦ ਪਾਰਟੀਸ਼ਨ ਹੋ ਗਈ ਪਾਰਟੀਸ਼ਨ ਕਰਕੇ ਟੱਕ ਬਣ ਗਏ ਅਲੱਗ-ਅਲੱਗ ਮਾਲਕਾਂ ਨੂੰ ਜਿਹੜਾ ਹੈ ਜ਼ਮੀਨ ਅਲਾਟ ਹੋ ਗਈ ਠੀਕ ਹੈ ਜਾਂ ਫਿਰ ਡਿਸਟ੍ਰੀਬਿਊਸ਼ਨ ਆਫ ਦ ਰੈਂਟ ਔਨ ਦ ਪਾਰਟੀਸ਼ਨ ਆਫ ਅ ਟੈਨੈਂਸੀ ਜਾਂ ਫਿਰ ਟੈਨੈਂਸੀ ਸੀ ਕੋਈ ਟੈਨੈਂਸੀ ਦੇ ਹੁਣ ਪਾਰਟੀਸ਼ਨ ਹੀ ਬੰਦ ਕਰ ਦਿੱਤੀ ਇੱਥੇ ਅੱਗੇ ਇਨਫੈਕਸ਼ਸ ਹੋ ਜਾਂਦਾ ਹੈ ਕੁਝ ਪਾਰਟ ਇਹਦਾ ਮਤਲਬ ਜਿਹੜੀ ਕੋਈ ਜ਼ਮੀਨ ਅਲਾਟ ਕੀਤੀ ਗਈ ਹੈ ਪਾਰਟੀਸ਼ਨ ਦੇ ਵਿੱਚ ਉਸ ਦੀ ਅਲਾਟਮੈਂਟ ਨੂੰ ਲੈ ਕੇ ਮਤਲਬ ਕਹਿਣ ਦਾ ਭਾਵ ਹੈ ਨਕਸ਼ਾ ਆੜਾ ਨੂੰ ਲੈ ਕੇ ਠੀਕ ਹੈ ਕੋਈ ਵਿਅਕਤੀ ਸਿਵਲ ਕੋਰਟ 'ਚ ਨਹੀਂ ਜਾ ਸਕਦਾ। ਨੈਕਸਟ ਆ ਗਿਆ ਜੀ ਕਲੌਜ਼ 18A any question connected with the or arising out of the relating to any proceedings for the determination of the boundaries section 101 ਦੇ ਤਹਿਤ ਅਸੀਂ ਕੋਈ ਬਾਉਂਡਰੀ ਡਿਟਰਮਿਨ ਕਰਦੇ ਹਾਂ ਰੀਵਰ ਐਕਸ਼ਨ ਹੋ ਗਿਆ ਕੋਈ ਹੋਰ ਹੋ ਗਿਆ ਜਿਸ ਕਰਕੇ ਜਦੋਂ ਬਾਉਂਡਰੀਜ਼ ਅਸੀਂ ਦੁਆਰਾ ਡਿਟਰਮਿਨ ਕਰਦੇ ਹਾਂ ਉਹਨਾਂ ਬਾਉਂਡਰੀਜ਼ ਦੇ ਸੰਬੰਧ ਵਿੱਚ ਕੋਈ ਵੀ ਆਰਡਰ ਰੈਵਨਿਊ ਆਫਿਸਰ ਵੱਲੋਂ ਕੀਤਾ ਜਾਂਦਾ ਹੈ ਤੇ ਉਹਨੂੰ ਵੀ ਸਿਵਲ ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ। ਦੈਨ ਹੈਗਾ ਜੀ 19 any claim to set aside or disturb a division or appraisement produce ਆਪਾਂ ਪੜ੍ਹ ਕੇ ਹਟੇ ਆ ਪਿੱਛੇ ਵੀ ਜਦੋਂ ਕੋਈ ਪਾਰਟੀਆਂ ਦਾ ਆਪਸੀ ਡਿਸਪਿਊਟ ਫਸਲ ਨੂੰ ਲੈ ਕੇ ਫਸਲ ਦੀ ਵੰਡ ਨੂੰ ਲੈ ਕੇ ਕੋਈ ਡਿਸਪਿਊਟ ਕ੍ਰੀਏਟ ਹੋ ਜਾਂਦਾ ਪਾਰਟੀਆਂ ਦੇ ਵਿਚਕਾਰ ਤੇ ਤਦ ਵੀ ਕੀ ਹੈਗਾ ਰੈਵਨਿਊ ਕੋਰਟ ਹੀ ਜਿਹੜੀ ਹੈਗੀ ਦਖਲਅੰਦਾਜ਼ੀ ਕਰਕੇ ਉਸ ਦੀ ਡਿਵੀਜ਼ਨ ਕਰਵਾ ਸਕਦੀ ਹੈ ਪਰ ਪਾਰਟੀਆਂ ਸਿਵਲ ਕੋਰਟ 'ਚ ਨਹੀਂ ਜਾ ਸਕਦੀਆਂ। ਫਿਰ 20 any question relating to the preparation of the list of the villages assessors ਪਿੰਡ ਦੀ ਜਿਹੜੀ ਲਿਸਟ ਬਣਦੀ ਹੈ ਜਦੋਂ ਕਿਸੇ ਪਿੰਡ ਦੀ ਕੋਈ ਅਸੈਸਮੈਂਟ ਹੋਵੇ ਜਾਂ ਰੀਅਸੈਸਮੈਂਟ ਹੋਵੇ ਜਨਰਲ ਰੀਅਸੈਸਮੈਂਟ ਹੋਵੇ ਜਾਂ ਜਮ੍ਹਾਂਬੰਦੀ ਤਿਆਰ ਕੀਤੀ ਹੋਵੇ ਜਾਂ ਰਿਵੀਜ਼ਨ ਰਿਕਾਰਡ ਦੀ ਬਣਨੀ ਹੋਵੇ ਤਾਂ ਉਸ ਵੇਲੇ ਜਿਹੜੀ ਕੋਈ ਸੈਸ ਲਗਾਈ ਜਾਂਦੀ ਹੈ ਰੈਵਨਿਊ ਏਜੰਸੀ ਵੱਲੋਂ ਉਸ ਗੱਲ ਨੂੰ ਲੈ ਕੇ ਵੀ ਕੋਈ ਵਿਅਕਤੀ ਸਿਵਲ ਕੋਰਟ ਵਿੱਚ ਨਹੀਂ ਜਾ ਸਕਦਾ। ਨੈਕਸਟ ਹੈਗਾ ਜੀ ਐਨੀ ਪ੍ਰੋਸੀਡਿੰਗਸ 21 any proceedings under this act for the communication of the dues of a superior landowner ਜਦੋਂ ਕੋਈ ਆਪਸੀ ਡਿਸਪਿਊਟ ਪੈਦਾ ਹੋ ਜਾਂਦਾ ਸੁਪੀਰੀਅਰ ਲੈਂਡ ਓਨਰ ਦਾ ਇਨਫੀਰੀਅਰ ਲੈਂਡ ਓਨਰ ਦਾ ਮਾਮਲੇ ਨੂੰ ਲੈ ਕੇ ਕਿੰਨੇ % ਤੁਸੀਂ ਦੇਣਾ ਕਿੰਨੇ % ਉਹਨੇ ਦੇਣਾ ਹੈ ਇਦਾਂ ਦਾ ਕੋਈ ਆਰਡਰ ਰੈਵਨਿਊ ਆਫਿਸਰ ਵੱਲੋਂ ਕੀਤਾ ਜਾਂਦਾ ਹੈ ਸੋ ਉਹ ਆਰਡਰ ਵੀ ਨਾਟ ਚੈਲੰਜੇਬਲ ਇਨ ਦਾ ਸਿਵਲ ਕੋਰਟ। ਐਨੀ ਕਲੇਮ ਅਰਾਈਜ਼ਿੰਗ ਆਊਟ ਆਫ ਦਾ ਇਨਫੋਰਸਮੈਂਟ ਆਫ ਦਾ ਐਗਰੀਮੈਂਟ ਟੂ ਰੈਂਡਰ ਪਬਲਿਕ ਸਰਵਿਸ ਆਪਾਂ ਪਿੱਛੇ ਪੜ੍ਹ ਕੇ ਗਿਆ ਸੀਗੇ ਵੀ ਜਦੋਂ ਕੋਈ ਬੰਦਾ ਮਾਮਲਾ ਅਦਾ ਨਾ ਕਰ ਸਕਦਾ ਹੋਵੇ ਤਾਂ ਉਹ ਸਰਕਾਰ ਦੇ ਨਾਲ ਜਿਹੜਾ ਹੈਗਾ ਐਗਰੀਮੈਂਟ ਕਰ ਸਕਦਾ ਹੈ ਵੀ ਮੈਂ ਆਪਣੀਆਂ ਸਰਵਿਸ ਦੇਵਾਂਗਾ ਸਰਕਾਰ ਨੂੰ ਆਪਣੇ ਮਾਮਲੇ ਲੈਣ ਦੇਣ ਨੂੰ ਦੀ ਇਵਜ਼ ਦੇ ਵਿੱਚ ਤਾਂ ਇਦਾਂ ਦਾ ਜਿਹੜਾ ਐਗਰੀਮੈਂਟ ਹੈਗਾ ਉਹ ਵੀ ਸਿਵਲ ਕੋਰਟ ਦੇ ਵਿੱਚ ਚੈਲੰਜ ਨਹੀਂ ਹੋ ਸਕਦਾ। ਦੈਨ ਹੈਗਾ ਜੀ 23 ਐਨੀ ਕਲੇਮ ਅਰਾਈਜ਼ਿੰਗ ਆਊਟ ਆਫ ਦਾ ਲਾਇਬਿਲਿਟੀ ਆਫ ਐਨ ਅਸਾਈਨੀ ਜਿੱਥੇ ਕਿਤੇ ਅਸਾਈਨੀ ਦੀ ਜਿਹੜੀ ਲਾਇਬਿਲਿਟੀ ਬਣ ਜਾਂਦੀ ਹੈ ਉਹਦੇ ਤੇ ਕੋਈ ਰੀਅਸੈਸਮੈਂਟ ਜਦੋਂ ਹੁੰਦੀ ਹੈ ਜਨਰਲ ਅਸੈਸਮੈਂਟ ਹੁੰਦੀ ਹੈ ਤੇ ਸਰਕਾਰ ਵੱਲੋਂ ਉਸ ਖਰਚ ਦੀ ਜਿਹੜੀ ਕਾਸਟ ਹੈਗੀ ਹੈ ਉਹ ਡਿਡਕਟ ਕਰਕੇ ਬਾਕੀ ਜਿਹੜੀ ਅਮਾਊਂਟ ਹੈ ਉਹ ਅਸਾਈਨ ਨੂੰ ਦਿੱਤੀ ਜਾਂਦੀ ਹੈ ਤਾਂ ਜਿਹੜਾ ਅਸਾਈਨੀ ਹੈਗਾ ਇੱਥੇ ਆ ਕੇ ਉਹ ਇੱਕ ਸਿਵਲ ਕੋਰਟ ਜਾ ਕੇ ਚੈਲੰਜ ਨਹੀਂ ਕਰ ਸਕਦਾ ਵੀ ਮੇਰੇ ਤੋਂ ਇੰਨਾ ਖਰਚਾ ਕਿਉਂ ਕੱਟਿਆ ਗਿਆ। ਠੀਕ ਹੈ ਜੀ ਇਹ ਜਿਹੜੇ ਮਾਮਲੇ ਨੇ ਆਪਾਂ ਡਿਸਕਸ ਕੀਤੇ ਹੈ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਸਿਵਲ ਕੋਰਟ ਦੀ ਜੁਰਿਸਡਿਕਸ਼ਨ ਨਹੀਂ ਬਣਦੀ ਓਨਲੀ ਰੈਵਨਿਊ ਕੋਰਟਸ ਕੈਨ ਡਿਸਾਈਡ ਦਾ ਮੈਟਰਸ। ਇਹ ਸੈਕਸ਼ਨ 1 ਹੈ ਜੀ ਨਹੀਂ ਇੰਨਾ ਵੱਡਾ ਕੁਐਸਚਨ ਕਿੱਥੇ ਆ ਸਕਦਾ ਹੈ ਤੁਹਾਨੂੰ ਪਾਰਟੀਕੂਲਰ ਦੱਸਿਆ ਜਾਏਗਾ ਵੀ ਇਹ ਜਿਹੜਾ ਮਾਮਲਾ ਹੈਗਾ ਇਹ ਪਾਰਟੀਕੂਲਰ ਮਾਮਲਾ ਹੈਗਾ ਕਿ ਇਹ ਇਹਦੇ ਵਿੱਚ ਸਿਵਲ ਕੋਰਟ ਦਖਲਅੰਦਾਜ਼ੀ ਕਰ ਸਕਦੇ ਜਾਂ ਨਹੀਂ ਕਰ ਸਕਦੀ। ਠੀਕ ਹੈ ਫਿਰ ਤੁਸੀਂ ਜਿਹੜਾ ਕੰਸਰਨਡ ਇਹਦੇ ਵਿੱਚ ਜਿਹੜੀ ਕਲੌਜ਼ ਲਾਗੂ ਹੋਏਗੀ ਤੁਸੀਂ ਸੈਕਸ਼ਨ ਪਾ ਕੇ 158 ਦੈਨ ਸੈਕਸ਼ਨ ਪਾ ਦੇਣਾ ਤੁਸੀਂ ਸਬ ਸੈਕਸ਼ਨ ਪਾਣਾ 1 ਜਾਂ 2 ਪਾਣਾ ਹੈ ਸਬ ਸੈਕਸ਼ਨ 2 ਫਿਰ ਤੁਸੀਂ ਪਾ ਦੇਣਾ ਇਹਦੀ ਕਲੌਜ਼ ਕਿਹੜੀ ਹੈ ਕਿਹੜੀ ਕਲੌਜ਼ ਨਾਲ ਮੈਟਰ ਨਾਲ ਸੰਬੰਧਿਤ ਹੈਗਾ। ਠੀਕ ਹੈ ਹਾਂ ਇੰਨਾ ਲੰਮਾ ਕੁਐਸਚਨ ਨਹੀਂ ਪੁੱਛ ਸਕਦੇ
ਕਦੀ ਨਹੀਂ ਹੋ ਸਕਦੇ। ਜੇ ਕੋਈ ਲੰਮਾ ਕੁਐਸਚਨ ਹੁੰਦਾ ਫਿਰ ਨੂੰ ਸ਼ਾਰਟ ਕਰਕੇ ਦਾ क्वेश्चन आता है जी। ਹੈ ਜੀ। अगर इससे रिलेटेड कोई 10 नंबर का क्वेश्चन आता है ਫਿਰ ਤੁਸੀਂ ਸ਼ਾਰਟ 'ਚ ਲਿਖੋਗੇ, ਇੰਨਾ ਲੰਮਾ ਡਿਟੇਲ 'ਚ ਨਹੀਂ ਲਿਖੋਗੇ। ਫਿਰ ਇਹ ਜੋ ਇੱਕ ਇੱਕ ਪੁਆਇੰਟ ਲੈ ਕੇ ਤੁਸੀਂ ਲਿਖ ਸਕਦੇ ਹੋ। ਇਹ ਲੰਮਾ ਚੌੜਾ ਇੰਨੀ ਡਿਟੇਲ ਤਾਂ ਇਹ ਤਾਂ ਘੱਟੋ ਘੱਟ 30 ਨੰਬਰ ਦਾ ਕੁਐਸਚਨ ਬਣ ਜਾਂਦਾ ਹੈ, ਇੰਨਾ ਵੱਡਾ ਤਾਂ। सर 31 वाली आया 30 नंबर का आया सर। ਦੇਖੋ ਜੇ 20 ਨੰਬਰ ਦਾ ਆਇਆ ਫਿਰ ਤੁਸੀਂ ਲਿਖ ਦਿਓ ਪੂਰਾ, ਠੀਕ ਹੈ। ਫਿਰ ਲਿਖ ਦਿਓ ਪੂਰਾ, ਫਿਰ ਡਿਟੇਲ ਪੂਰਾ ਕਾਪੀ ਟੂ ਕਾਪੀ ਨਾ ਕਰੋ। ਫਿਰ ਮੈਟਰ ਦਾ ਜਿਵੇਂ ਮੈਂ ਦੱਸਿਆ ਰਿਕਾਰਡ ਆਫ ਰਾਈਟ ਦੀ ਜਾਂ ਇਹਨੂੰ ਰਿਕਾਰਡ 'ਚ ਕੋਈ ਐਂਟਰੀ ਪਾਣੀ ਹੈ, ਸ਼ਾਰਟ 'ਚ ਲਿਖੋ ਫਿਰ ਉਸ ਨੂੰ, ਠੀਕ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਹੜੇ ਕਿਹੜੇ ਮਾਮਲੇ ਨੇ, ਉਹ ਮਾਮਲੇ ਨਾਲ ਸੈਕਸ਼ਨ ਪਾਈ ਜਾਓ, ਨਾਲ ਲਿਖੀ ਜਾਓ। ਪੂਰਾ ਡਿਟੇਲ 'ਚ ਲਿਖਣ ਦੀ ਲੋੜ ਨਹੀਂ ਹੈਗੀ। ਜੀ ਇੱਕ ਤੁਸੀਂ ਲਿਖਿਆ ਕਿ ਜਮ੍ਹਾਂਬੰਦੀ ਦੀ ਪ੍ਰੈਪਰੇਸ਼ਨ ਦੇ ਲਈ ਸੈਸ ਇਕੱਠਾ ਕਰਨਾ। 145 ਸੈਕਸ਼ਨ ਦਾ ਇਹ ਪ੍ਰੈਕਟਿਸ ਤਾਂ ਹੈ ਨਹੀਂ ਕਿਤੇ ਵੀ ਇਹ ਚੀਜ਼। ਇਹ ਪ੍ਰੈਕਟਿਸ ਹੀ ਨਹੀਂ ਹੈਗੀ। ਇਹ ਹੈਦਾ ਜਦੋਂ ਨਾ ਕਿਤੇ ਇਨ ਬਿਟਵੀਨ ਜਮ੍ਹਾਂਬੰਦੀ ਦੀ ਤਿਆਰੀ ਜਨਰਲ ਨਹੀਂ ਹੈ। ਇਹ ਜਮ੍ਹਾਂਬੰਦੀ ਦੀ ਤਿਆਰੀ ਉਸ ਵੇਲੇ ਹੈ ਜਦੋਂ ਰਿਵੀਜ਼ਨ ਕਿਤੇ ਅਚਾਨਕ ਕਰਨੀ ਪੈ ਜਾਏ ਜਮ੍ਹਾਂਬੰਦੀ ਦੀ। सर ਹਾਂਜੀ सर ਜਿਹੜਾ ਇਕੱਠਾ ਬਣਾਉਂਦੇ ਆ ਹਾਂ, ਤੇਰੇ ਪੈਸੇ ਇਕੱਠੇ ਕਰ ਲੈਂਦੇ ਆ ਪਰ ਕਰ ਸਕਦੇ ਆ। ਬਿਲਕੁਲ ਕਰ ਸਕਦੇ ਆ, ਇਸ ਐਕਟ ਦੇ ਵਿੱਚ ਆ ਜਾਂਦਾ ਹੈ। ਹਾਂ, ਨਹੀਂ ਸਰ, ਨਹੀਂ ਆਉਂਦਾ। ਰਿਕਾਰਡ ਆਫ ਰਾਈਟਸ ਤਾਂ ਜਮ੍ਹਾਂਬੰਦੀ ਨਾਲ ਰਿਲੇਟਡ ਹੈ। ਐਨੂਅਲ ਰਿਕਾਰਡ ਵੀ ਨਾਲ ਕਿਹਾ ਗਿਆ, ਐਨੂਅਲ ਰਿਕਾਰਡ ਵੀ ਨਾਲ ਕਿਹਾ ਗਿਆ। ਐਨੂਅਲ ਰਿਕਾਰਡ 'ਚ ਸਾਰੇ ਰਿਕਾਰਡ ਆ ਜਾਂਦੇ ਨੇ, ਐਨੂਅਲ ਰਿਕਾਰਡ ਸਾਰੇ ਰਿਕਾਰਡ ਆ ਜਾਂਦੇ ਨੇ। ਐਨੂਅਲ ਰਿਕਾਰਡ ਦੇ ਵਿੱਚ ਜਿਹੜਾ ਤੁਹਾਡਾ ਹਾਂਜੀ ਸਰ, ਇੱਕ 150 ਦੇ ਵਿੱਚ ਤੁਸੀਂ ਕਿਹਾ ਵੀ ਕਾਮਨ ਲੈਂਡ ਹਾਂ, ਕਾਮਨ ਲੈਂਡ ਆਫ ਦਾ ਲੈਂਡ ਓਨਰਸ, ਕੋਈ ਸਾਂਝੀ ਖੇਵਟ ਹੈ, ਕੋਈ ਸਾਂਝੀ ਖੇਵਟ ਹੈ ਮਾਲਕਾਂ ਦੀ। ਮਾਲਕਾਂ ਨੇ ਕੋਈ ਰਕਬਾ ਛੱਡ ਦਿੱਤਾ, ਮੰਨ ਲਓ ਖੂਹ ਦਾ ਰਕਬਾ। ਵਿਲੇਜ ਕਾਮਨ ਲੈਂਡਸ ਆਣਗੀਆਂ ਨਹੀਂ ਵਿਲੇਜ ਕਾਮਨ ਲੈਂਡ ਨਹੀਂ ਆਉਂਦੀ ਇਹਦੇ ਵਿੱਚ। ਇਹਦੇ ਵਿੱਚ ਕੋਈ ਕਾਮਨ ਮਾਲਕਾਂ ਦੀ ਕੋਈ ਸਾਂਝੀ ਖੇਵਟ ਹੈ, ਜਿਵੇਂ ਖੂਹ ਦਾ ਰਕਬਾ ਹੈ। ਖੂਹ ਦਾ ਰਕਬਾ ਖੇਤ ਦੇ ਵਿੱਚ, ਖੂਹ ਦਾ ਰਕਬਾ ਸਾਂਝਾ ਛੱਡ ਲਿਆ ਮਾਲਕਾਂ ਨੇ, ਠੀਕ ਹੈ। ਉਸ ਖੂਹ ਦੇ ਇੱਕ ਬੰਦੇ ਨੇ ਕਬਜ਼ਾ ਕਰ ਲਿਆ। ਇੱਥੇ ਰੈਵਨਿਊ ਅਥਾਰਟੀ ਕੋਲੇ ਪਾਵਰ ਹੈਗੀ ਹੈ ਵੀ ਉਸ ਰਕਬੇ ਨੂੰ ਛਡਾ ਕੇ ਦੇ ਸਕਦੇ ਹਾਂ ਅਸੀਂ। ਇੱਕ ਸਰ ਹੈਗਾ 158 ਦਾ 12 ਪੜਾਇਆ ਬੇਸ ਪਲਾਨ ਤੋਂ ਫਾਰਮੇਸ਼ਨ ਆਫ ਸਟੇਟ। ਇਹ ਕੀ ਚੀਜ਼ ਹੈ? ਇਹਦਾ ਮਤਲਬ ਇਹ ਹੈਗਾ, ਕਈ ਥਾਂ ਤੇ ਕੀ ਹੁੰਦਾ ਹੈ, ਤੁਸੀਂ ਪਿੱਛੇ ਪੜ੍ਹ ਕੇ ਗਏ ਹੋਗੇ, ਮੈਂ ਤਾਂ ਪੜ੍ਹਿਆ ਹੋਇਆ, ਪਰ ਮੈਂ ਤੁਹਾਨੂੰ ਪੜ੍ਹਾਇਆ ਜਾਂ ਨਹੀਂ ਪੜ੍ਹਾਇਆ ਜੇ ਮੈਨੂੰ ਪੂਰਾ ਯਾਦ ਨਹੀਂ ਹੈਗਾ। ਬੇਸ ਪਲਾਨ ਦਾ ਮਤਲਬ ਇੱਥੇ ਇਹ ਹੁੰਦਾ ਹੈ ਵੀ ਕਈ ਥਾਂ ਤੇ ਕੀ ਹੁੰਦਾ ਹੈ, ਸਰਕਾਰ ਦੀਆਂ ਕੋਈ ਪ੍ਰਾਪਰਟੀਆਂ ਹੁੰਦੀਆਂ ਨੇ ਫੋਰੈਸਟ ਵਗੈਰਾ ਦੀਆਂ, ਉੱਥੇ ਸਰਕਾਰ ਉਹ ਕਿਸੇ ਪਿੰਡ ਦੇ ਨਾਲ ਲੱਗ ਜਾਂਦੀਆਂ ਨੇ। ਸਰਕਾਰ ਫਿਰ ਉਸ ਰਕਬੇ ਨੂੰ ਉਸ ਰਕਬੇ ਨੂੰ ਸਰਕਾਰ ਸੁਧਾਰ ਕੇ ਸਾਫ਼ ਸੁਥਰਾ ਕਰਕੇ ਉਸ ਨੂੰ ਕੁਝ ਮਾਲਕਾਂ ਨੂੰ ਅਲਾਟ ਕਰ ਦਿੰਦੀ ਹੈ, ਠੀਕ ਹੈ। ਉੱਥੇ ਆਬਾਦੀ ਬਣ ਜਾਂਦੀ ਹੈ, ਸਰਕਾਰ ਅਲਾਟ ਕਰਨੇ। ਉੱਥੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਸਰਕਾਰ ਨੇ ਇਹ ਇੱਥੇ ਕਿਉਂ, ਜਿਹੜੀ ਗਵਰਨਮੈਂਟ ਦੀ ਲੈਂਡ ਸੀਗੀ ਵੇਸਟ ਪਈ ਸੀ, ਇੱਥੇ ਸਰਕਾਰ ਨੇ ਕਿਉਂ ਅਲਾਟ ਕੀਤੀ ਹੈ, ਇਹ ਉੱਥੇ ਲਾਗੂ ਹੋ ਜਾਂਦਾ। ਹਾਂ, ਸਰਕਾਰ ਜੇ ਇੱਥੇ ਵੀ ਕਿਤੇ ਸਰਕਾਰ ਕਿਸੇ ਵੇਸਟ ਲੈਂਡ ਨੂੰ ਕਨਵਰਟ ਕਰਕੇ ਆਬਾਦੀ ਚੇਂਜ ਕਰਦੀ ਹੈ, ਉੱਥੇ ਸਿਵਲ ਕੋਰਟਾਂ ਦਖਲਅੰਦਾਜ਼ੀ ਨਹੀਂ ਕਰਨਗੀਆਂ, ਠੀਕ ਹੈ ਜੀ। ਸਰ ਇੱਕ ਪੇਪਰ 4 ਦੇ ਸਵਾਲ ਚਾਹੀਏ ਯਾਰ ਆਪਣਾ ਟਾਈਮ ਹੋ ਜਾਊਗਾ ਫਿਰ। 4 ਪੇਪਰ ਪੇਪਰ 4 ਆਪਾਂ ਉਹਦੇ ਜਿਹੜਾ ਪੰਜਾਬ ਰਜਿਸਟ੍ਰੇਸ਼ਨ ਮੈਨੂਅਲ ਹੈ, ਹਾਂ, ਇੱਕ ਪੰਜਾਬ ਰਜਿਸਟ੍ਰੇਸ਼ਨ ਐਕਟ ਹੈ, ਹਾਂ। ਕੀ ਫਰਕ ਹੈ? ਯਾਰ ਦੇਖੋ, ਐਕਟ ਤੇ ਮੈਨੂਅਲ 'ਚ ਕੀ ਫਰਕ ਹੈ? ਐਕਟ ਤਾਂ ਕਾਨੂੰਨ ਹੈ ਸਰਕਾਰ ਵੱਲੋਂ, ਜਿਹੜਾ ਵਿਧਾਨ ਸਭਾ ਵੱਲੋਂ ਬਣਾਇਆ ਜਾਂਦਾ ਹੈ। ਜਿਹੜੇ ਮੈਨੂਅਲਸ ਹੁੰਦੇ ਨੇ, ਰੂਲਸ ਹੁੰਦੇ ਨੇ, ਇਹ ਸਰਕਾਰ ਬਣਾਉਂਦੀ ਹੈ। ਉਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਰਜਿਸਟ੍ਰੇਸ਼ਨ, ਸੁਣੋ ਰਜਿਸਟ੍ਰੇਸ਼ਨ ਐਕਟ ਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਮੈਨੂਅਲ ਹੈ ਉਹ 'ਚ ਪ੍ਰੋਸੀਜਰ ਦੱਸਿਆ ਜਾਂਦਾ ਹੈ, ਠੀਕ ਹੈ, ਵੀ ਐਕਟ ਨੂੰ ਲਾਗੂ ਅਸੀਂ ਕਿਵੇਂ ਕਰਨਾ। ਸਾਨੂੰ ਤਾਂ ਮੈਨੂਅਲ ਤੋਂ ਆਊਗਾ ਨਹੀਂ, ਇਹ ਤੁਹਾਨੂੰ ਭੁਲੇਖਾ ਹੈਗਾ, ਕੁਐਸਚਨ ਐਕਟ ਦੇ ਵਿੱਚੋਂ ਵੀ ਆਉਂਦੇ ਨੇ। ਆਪਾਂ ਐਕਟ ਵੀ ਪੜਾਂਗੇ ਨਾਲ ਮੈਨੂਅਲ ਵੀ ਪੜਾਂਗੇ। ਜੇ ਤੁਹਾਨੂੰ ਐਕਟ ਨਹੀਂ ਪਤਾ ਫਿਰ ਤੁਸੀਂ ਮੈਨੂਅਲ ਨੂੰ ਕੀ ਕਰੋਗੇ? ਜੇ ਤੁਹਾਨੂੰ ਜੇ ਸਾਨੂੰ ਐਕਟ ਬਾਰੇ ਨਹੀਂ ਜਾਣਕਾਰੀ ਨਹੀਂ ਹੈ ਤਾਂ ਅਸੀਂ ਮੈਨੂਅਲ ਨੂੰ ਇਕੱਲੇ ਨੂੰ ਪੜ੍ਹ ਕੇ ਕੀ ਕਰਾਂਗੇ? ਐਕਟ ਦੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ।